ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਕਿੰਨੇ ਕੁ ਗੈਪ ਵਾਲੇ ਸਟੂਡੈਂਟ ਨੂੰ ਕੈਨੇਡਾ ਵੀਜ਼ਾ ਦੇ ਦਿੰਦਾ? ਜੇ ਜੈਨੂਇਨ ਵਰਕ ਐਕਸਪੀਰੀਅੰਸ ਹੈ, ਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਲਗਾਇਆ ਜਾਵੇ ਤੇ ਅੰਬੈਸੀ ਡੈਫੀਨੇਟਲੀ ਵੀਜ਼ਾ ਦਿੰਦੀ ਹੈ। ਉਹ ਗੈਪ 10 ਸਾਲ ਦੇ ਗੈਪ ਤੇ 15 ਸਾਲ ਦੇ ਗੈਪ ਤੇ ਅੰਬੈਸੀ ਕੁਝ ਨਹੀਂ ਕਹਿੰਦੀ ਅਗਰ ਉਸ ਨੂੰ ਜਸਟੀਫਾਈ ਪ੍ਰੋਪਰਲੀ ਕੀਤਾ ਜਾ ਸਕੇ। ਕਿਉਂਕਿ ਜਸਟੀਫਾਈ ਤਾਂ ਫਿਰ ਕੰਸਲਟੈਂਟ ਨੇ ਕਰਨਾ ਨਾ, ਤੁਸੀਂ ਕਰਨਾ ਹੈ। ਸਰ ਦੇਖੋ, ਜਸਟੀਫਾਈ ਇੱਕ ਤਾਂ ਜੈਨੂਇਨ ਐਕਸਪੀਰੀਅੰਸ ਹੋਵੇ, ਕਿਉਂਕਿ ਅਸੀਂ ਕਦੀ ਵੀ ਬੱਚੇ ਨੂੰ ਨਹੀਂ ਕਹਿੰਦੇ ਕਿ ਕੁਝ ਫੇਕ ਲਗਾਓ, ਕਿਉਂਕਿ ਫੇਕ ਡਾਕੂਮੈਂਟੇਸ਼ਨ ਅਗਰ ਮੈਨੂੰ ਪਤਾ ਹੈ ਤੇ ਐਮਬੈਸੀ ਆਫੀਸਰ ਤਾਂ ਮੇਰੇ ਤੋਂ ਕਿਤੇ ਜ਼ਿਆਦਾ ਇੰਟੈਲੀਜੈਂਟ ਹੈ ਤੇ ਉਹ ਇਸ ਚੀਜ਼ ਨੂੰ ਫੜ ਲੈਂਦਾ ਹੈ। ਅੱਛਾ, ਜਦੋਂ ਹੁਣ ਸਟੂਡੈਂਟਸ ਜਿਹੜੇ ਨੇ +2 ਕਰਕੇ ਜਾਂਦੇ ਨੇ, ਜਿਹੜਾ ਕੋਰਸ ਸਿਲੈਕਟ ਕਰਦੇ ਹੋ ਤੁਸੀਂ, ਉਹਦੇ ਵਿੱਚ ਵੀ ਕੋਈ ਗੱਲ ਹੁੰਦੀ ਹੈ ਜਾਂ ਜਿਹੜਾ ਮਰਜ਼ੀ ਕੋਰਸ ਸਿਲੈਕਟ ਕਰ ਲਓ? ਕੈਨੇਡਾ ਦੇ ਲਈ ਅਸੀਂ ਸਭ ਤੋਂ ਮੇਨ ਇੱਕ ਕੰਸਲਟੈਂਟ ਦਾ ਇਹੀ ਕੰਮ ਹੁੰਦਾ ਹੈ ਕਿ ਬੱਚੇ ਨੂੰ ਜੋ ਵੀ ਕੋਰਸ ਲੈ ਕੇ ਦੇਣਾ ਉਹ ਰੈਲੇਵੈਂਟ ਲੱਗੇ। ਰਿਫਿਊਜ਼ਲ ਦਾ ਇੱਕ ਕਾਰਨ ਇਹ ਵੀ ਹੈ ਕਿ ਗਲਤ ਕੋਰਸ ਕਈ ਵਾਰ ਬਿਲਕੁਲ ਡੈਫੀਨੇਟਲੀ ਅੰਬੈਸੀ ਡੈਫੀਨੇਟਲੀ ਲਿਖ ਕੇ ਭੇਜਦੀ ਹੈ। ਕਈ ਵਾਰੀ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਜੇ ਰਿਫਿਊਜ਼ਲ ਆਉਂਦੀ ਹੈ ਕੇਪਸ ਜ਼ਰੂਰ ਕਢਵਾਓ। ਕੇਪਸ ਦੇ ਵਿੱਚ ਡੈਫੀਨੇਟਲੀ ਅੰਬੈਸੀ ਜੋ ਪੁਆਇੰਟ ਜਸਟੀਫਾਈ ਕਰਦੀ ਹੈ ਉਹਦੇ ਵਿੱਚ ਉਹ ਦੱਸਦੀ ਹੈ ਕਿ ਤੇਰਾ ਕੋਰਸ ਜਿਹੜਾ ਸੀ ਉਹ ਜੈਨੂਇਨ ਨਹੀਂ ਮੈਨੂੰ ਲੱਗਾ, ਮੈਨੂੰ ਨਹੀਂ ਮੋਟੀਵੇਟ ਹੋ ਰਿਹਾ ਕਿ ਤੇਰਾ ਇਹ ਕੋਰਸ ਹੈ, ਤੂੰ ਇਹ ਫਰਦਰ ਪੜ੍ਹਨ ਨਹੀਂ ਆ ਰਿਹਾ, ਕਿ ਮੈਨੂੰ ਤੇਰਾ ਪਰਪਸ ਇੱਥੇ ਆਉਣ ਦਾ ਪਤਾ ਸਮਝ ਨਹੀਂ ਆ ਰਿਹਾ। ਕਿ ਜਿਹੜੇ ਤੁਹਾਡੇ ਕੋਲੇ ਜਿਹੜੇ ਬੱਚੇ ਕਿਸੇ ਹੋਰ ਤੋਂ ਕਿਸੇ ਦਾ ਰਿਫਿਊਜ਼ ਹੋ ਗਿਆ, ਕੀ ਕਾਰਨ, ਵੱਡਾ ਕਾਰਨ ਕੀ ਸਾਹਮਣੇ ਆਉਂਦਾ, ਤੁਸੀਂ ਕੀ ਦੇਖਦੇ? ਕਈ ਵਾਰੀ ਬੱਚੇ ਦਾ ਪ੍ਰੋਫਾਈਲ ਪ੍ਰੋਪਰਲੀ ਪ੍ਰੈਜ਼ੈਂਟ ਨਹੀਂ ਹੁੰਦਾ, ਬੱਚੇ ਦਾ ਪਰਪਸ ਸਟੇਟਮੈਂਟ ਆਫ ਪਰਪਸ ਜਿਹੜੀ ਬਣਾਈ ਗਈ ਹੈ ਉਹ ਜਸਟੀਫਾਈਬਲ ਨਹੀਂ ਹੈ, ਬੱਚੇ ਨੂੰ ਯੂਜੂਅਲੀ ਕੋਰਸ ਗਲਤ ਦੇ ਦਿੱਤਾ ਗਿਆ। ਤੁਸੀਂ ਦੋ ਗੱਲਾਂ ਹੁਣ ਤੱਕ ਮੇਨ ਦੱਸੀਆਂ ਕਿ ਤੁਸੀਂ ਇੱਕ ਤਾਂ ਜੇ ਜ਼ਿਆਦਾ ਗੈਪ ਹੈਗਾ ਉਹਦਾ ਵੀ ਵੀਜ਼ਾ ਲਵਾ ਕੇ ਦਿੰਦੇ ਹੋ, ਜੇ ਕਿਸੇ ਦੀ ਜ਼ਿਆਦਾ ਰਿਫਿਊਜ਼ਲ ਹੈ 1 2 3 ਵਾਰ ਉਸ ਦਾ ਵੀ ਤੁਸੀਂ ਵੀਜ਼ਾ ਲਵਾਇਆ ਵੀ ਹੈ ਤੇ ਲਵਾਉਂਦੇ ਵੀ ਹੋ। ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੀ ਹਾਂ। ਬੱਚੇ ਦੇ 92% ਮਾਰਕਸ ਸੀ, 8.5 ਉਹਦੇ ਬੈਂਡ ਸੀਗੇ, ਫਿਰ ਵੀ ਬੱਚਾ ਐਮਬੈਸੀ ਚੋਂ ਰਿਫਿਊਜ਼ ਹੋਇਆ ਜਸਟ ਬਿਕੋਜ਼ ਆਫ ਰੋਂਗ ਕੋਰਸ ਲੈਣ ਦੇ ਕਾਰਨ। ਜ਼ਿਆਦਾ ਧਿਆਨ ਕਿੱਧਰ ਹੁੰਦਾ ਹੈ ਕਿ ਜਿਹੜੀ ਫੀਸ ਹੈ ਉਹ ਮਿਲ ਜਾਵੇ ਜਾਂ ਫਿਰ ਵੀਜ਼ਾਜ਼ ਆਉਣ? ਸਾਰੇ ਕੰਸਲਟੈਂਟ ਇਸ ਤਰ੍ਹਾਂ ਦੇ ਵੀ ਨੇ ਕਿ ਫਾਈਲਸ ਜਿੰਨੀਆਂ ਆਉਣਗੀਆਂ ਉਨੀ ਫੀਸ ਆਊਗੀ, ਵੀਜ਼ਾ ਲੱਗਦਾ ਹੈ ਨਹੀਂ ਲੱਗਦਾ। ਕਈ ਵਾਰ ਵੀਕ ਕੇਸਿਸ ਵੀ ਚੱਕ ਲੈ ਜਾਂਦੇ ਨੇ, ਲੋ ਪ੍ਰੋਫਾਈਲ ਵੀ ਚੱਕ ਲੈ ਜਾਂਦੇ ਨੇ ਕਿ ਠੀਕ ਹੈ ਜਿਹੜੇ 25 30 40 50 ਹਜ਼ਾਰ ਆਉਣਗੇ ਉਹੀ ਬਹੁਤ ਨੇ। ਸਰ ਉਹ ਫਿਰ ਆਫਿਸਿਸ ਵੀ ਬੜੇ ਜਲਦੀ ਬੰਦ ਹੋ ਜਾਂਦੇ ਆ। ਸਾਡੇ 16 ਸਾਲ ਦਾ ਪੁਰਾਣਾ ਐਕਸਪੀਰੀਅੰਸ ਹੈ, 16 ਸਾਲ ਦਾ ਸਾਡਾ ਆਫਿਸ ਹੈ, ਇਸੇ ਕਰਕੇ ਇਹੀ ਸਾਡੀ USP ਹੈ। ਤੁਸੀਂ ਐਡਵਰਟਾਈਜ਼ਮੈਂਟ ਤਾਂ ਨਹੀਂ ਕਰਦੇ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ? ਸਰ USA ਦੇ ਤਾਂ ਪੈਸੇ ਜਾਂਦੇ ਹੀ ਵੀਜ਼ਾ ਲੱਗਣ ਤੋਂ ਬਾਅਦ ਹੈ, ਤਾਂ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਨਹੀਂ ਹੈ। ਕਈ ਵਾਰੀ ਬੱਚਿਆਂ ਦੇ ਮੈਮ ਲਾ ਦਿਓ 5.5 ਤੇ ਮੇਰੇ ਕੋਲ ਆਇਲ ਸੈਂਟਰ ਵੀ ਹੈ, ਮੇਰੇ ਟੀਚਰ ਟ੍ਰੇਨਡ ਨੇ। ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਤੂੰ ਇੱਕ ਵਾਰੀ ਆਇਲਸ ਦੁਆਰਾ ਦੇ, ਆਇਲਸ ਰਿਪੀਟ ਕਰ, ਤੇਰਾ STS ਕੈਟੇਗਰੀ 'ਚ ਵੀਜ਼ਾ ਲਗਾਵਾਂਗੇ, ਚਾਂਸਿਸ ਸਕਸੈਸ ਦੇ ਚਾਂਸਿਸ ਵੱਧ ਜਾਂਦੇ ਨੇ। ਅੱਜ ਮੇਰਾ ਡ੍ਰੀਮ ਫੁਲਫਿਲ ਹੋ ਗਿਆ। ਵੀਡੀਓ ਜਿਨ੍ਹਾਂ ਨੇ ਦੇਖਣੀ ਹੈ ਤੁਹਾਡੇ ਸਟੂਡੈਂਟਸ ਨੇ ਵੀ ਦੇਖਣੀ ਹੈ, ਨੀਚੇ ਕਮੈਂਟਸ ਵੀ ਫਿਰ ਆ ਜਾਂਦੇ ਹੁੰਦੇ ਨੇ ਡੈਫੀਨੇਟਲੀ ਸਾਡੇ ਨਾਲ ਇਦਾਂ ਹੋਇਆ ਜੀ, ਸਾਡੇ ਨਾਲ ਉਦਾਂ ਹੋਇਆ, ਉਹ ਦੱਸ ਦਿੰਦੇ ਨੇ। ਨਹੀਂ ਪਰ ਬਹੁਤ ਸਾਰੇ ਕੰਸਲਟੈਂਟ ਨੇ ਕਿ ਸ਼ਾਰਟ ਟਰਮ ਕੋਰਸਿਸ ਆਜੋ ਭੇਜਦੇ ਆ, ਉਹਨਾਂ ਦਾ ਕੀ ਉੱਥੇ ਫਿਊਚਰ ਹੈਗਾ? ਨਹੀਂ ਫਿਊਚਰ ਹੈ, ਕਿਉਂਕਿ ਅਲਟੀਮੇਟਲੀ ਬੱਚਾ ਜਿੱਦਾਂ 1 ਈਅਰ ਦੇ ਕੋਰਸ 'ਤੇ ਜਾਂਦਾ ਹੈ ਤੇ 1 ਈਅਰ ਦਾ ਉਹਨੂੰ ਵਰਕ ਪਰਮਿਟ ਮਿਲਦਾ ਜੇ ਪਬਲਿਕ ਕਾਲਜ ਗਿਆ, ਤੇ ਯੂਜੂਅਲੀ 1 ਈਅਰ 'ਚ ਆਪਣੀ PR ਫਾਈਲ ਕਰਨ ਦੇ ਲਈ ਐਲੀਜੀਬਲ ਨਹੀਂ ਹੁੰਦਾ। ਸੁਨਹਿਰੀ ਮੌਕਾ ਆ ਜਾਓ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਨੇ, ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ, ਪਰ ਕਈ ਵਾਰ ਕੋਈ ਅੜਚਨ ਆ ਜਾਂਦੀ ਹੈ, ਕਈ ਵਾਰ ਰਿਜੈਕਸ਼ਨ ਹੋ ਜਾਂਦੀ ਹੈ, ਰਿਫਿਊਜ਼ ਹੋ ਜਾਂਦਾ ਵੀਜ਼ਾ। ਕਿਸ ਕਾਰਨ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ? ਜੇ ਰਿਫਿਊਜ਼ ਹੋ ਜਾਵੇ ਫਿਰ ਕੀ ਕਰਨਾ ਹੈ? ਇਹਨਾਂ ਸਾਰੇ ਵਿਸ਼ਿਆਂ ਤੇ ਅਸੀਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਨੇ ਸਟੱਡੀ ਪਲੱਸ ਤੋਂ MD ਡਾਕਟਰ ਕੋਮਲ ਰੈਲੀ। ਮੈਮ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਸ ਢੰਗ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਜਿਸ ਬਹੁਤ ਸਾਰੇ ਸਟੂਡੈਂਟ ਜਾ ਰਹੇ ਨੇ, ਕੈਨੇਡਾ ਹੈ, US ਹੈ, UK ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਹੈਗਾ। ਤਾਂ ਸਭ ਤੋਂ ਪਹਿਲਾਂ ਗੱਲ ਅਸੀਂ ਸ਼ੁਰੂ ਕਰਦੇ ਹਾਂ ਕੈਨੇਡਾ ਤੋਂ। ਤਾਂ ਕੀ ਐਕਸਪੀਰੀਅੰਸਿਸ ਜਿਹੜੇ ਰਹੇ ਤੁਹਾਡੇ, ਕਿਉਂਕਿ ਗੈਪ ਵੀ ਬਹੁਤ ਵਾਰ ਹੋ ਜਾਂਦਾ ਸਟੂਡੈਂਟਸ ਦਾ, ਕਈ ਵਾਰ ਉਹਨੇ ਬੈਂਡ ਜਿਹੜੇ ਨੇ ਨਹੀਂ ਹੁੰਦੇ ਹੈਗੇ, ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਕਿ ਰਿਫਿਊਜ਼ ਹੋ ਜਾਂਦਾ ਵੀਜ਼ਾ। ਜੇ ਪਹਿਲਾਂ ਗੈਪ ਦੀ ਗੱਲ ਕਰੀਏ ਤਾਂ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ, ਕਿੰਨੇ ਕੁ ਗੈਪ ਵਾਲੇ ਸਟੂਡੈਂਟ ਨੂੰ ਕੈਨੇਡਾ ਵੀਜ਼ਾ ਦੇ ਦਿੰਦਾ?
ਸਰ ਮੈਂ ਗੈਪ ਦੀ ਗੱਲ ਕਰਾਂ ਤੇ ਕੈਨੇਡਾ ਇਜ਼ ਨਾਟ ਪਾਰਟਿਕੂਲਰ ਅਬਾਊਟ ਕਿ ਉਹ ਗੈਪ ਤੇ ਵੀਜ਼ਾ ਨਹੀਂ ਦਿੰਦਾ ਜਾਂ ਕਿੰਨੇ ਗੈਪ ਤੇ ਦਿੰਦਾ ਹੈ। ਮੈਂ ਰੀਸੈਂਟਲੀ 2011 ਪਾਸ ਆਊਟ ਮੇਰਾ ਸਟੂਡੈਂਟ ਸੀ ਰਾਜੀਵ ਕੁਮਾਰ। ਉਹਦੇ 2011 ਦੇ ਵਿੱਚ ਉਹਨੇ ਡਿਪਲੋਮਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਉਹਦਾ ਵਰਕ ਐਕਸਪੀਰੀਅੰਸ ਸੀ। ਜੇ ਜੈਨੂਅਨ ਵਰਕ ਐਕਸਪੀਰੀਅੰਸ ਹੈ, ਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਲਗਾਇਆ ਜਾਵੇ ਤੇ ਅੰਬੈਸੀ ਡੈਫੀਨੇਟਲੀ ਵੀਜ਼ਾ ਦਿੰਦੀ ਹੈ। ਔਰ ਉਹ ਬੱਚਾ ਅੱਜ ਕੈਨੇਡਾ ਸੈਟਲਡ ਹੈ, ਕੰਮ ਕਰ ਰਿਹਾ, ਪੜ੍ਹ ਰਿਹਾ ਹੈ। ਸੋ ਗੈਪ ਦੀ ਕੋਈ ਦਿੱਕਤ ਨਹੀਂ ਹੈ। ਮਤਲਬ 10 ਸਾਲ ਦਾ ਗੈਪ ਵੀ ਸੀ ਤੁਸੀਂ ਜਿਹੜਾ ਦੱਸ ਰਹੇ ਹੋ। ਹਾਂਜੀ, ਗੈਪ 10 ਸਾਲ ਦੇ ਗੈਪ ਤੇ 15 ਸਾਲ ਦੇ ਗੈਪ ਤੇ ਅੰਬੈਸੀ ਕੁਝ ਨਹੀਂ ਕਹਿੰਦੀ ਅਗਰ ਉਸ ਨੂੰ ਜਸਟੀਫਾਈ ਪ੍ਰੋਪਰਲੀ ਕੀਤਾ ਜਾ ਸਕੇ। ਕਿਉਂਕਿ ਜਸਟੀਫਾਈ ਤਾਂ ਫਿਰ ਕੰਸਲਟੈਂਟ ਨੇ ਕਰਨਾ ਨਾ, ਤੁਸੀਂ ਕਰਨਾ ਹੈਗਾ। ਸਰ ਦੇਖੋ, ਜਸਟੀਫਾਈ ਇੱਕ ਤਾਂ ਜੈਨੂਅਨ ਐਕਸਪੀਰੀਅੰਸ ਹੋਵੇ, ਕਿਉਂਕਿ ਅਸੀਂ ਕਦੀ ਵੀ ਬੱਚੇ ਨੂੰ ਨਹੀਂ ਕਹਿੰਦੇ ਕਿ ਕੁਝ ਫੇਕ ਲਗਾਓ, ਕਿਉਂਕਿ ਫੇਕ ਡਾਕੂਮੈਂਟੇਸ਼ਨ ਅਗਰ ਮੈਨੂੰ ਪਤਾ ਹੈ ਤੇ ਅੰਬੈਸੀ ਆਫੀਸਰ ਤਾਂ ਮੇਰੇ ਤੋਂ ਕਿਤੇ ਜ਼ਿਆਦਾ ਇੰਟੈਲੀਜੈਂਟ ਹੈ, ਤਾਂ ਉਹ ਇਸ ਚੀਜ਼ ਨੂੰ ਫੜ ਲੈਂਦਾ। ਕੀ ਫਿਰ ਉਹ ਜਿਹੜਾ ਗੈਪ ਹੈ ਕੋਈ ਉਹ ਸਟੱਡੀ ਦਾ ਵੀ ਹੋ ਸਕਦਾ ਹੈ, ਕੋਈ ਜੌਬ ਦਾ ਵੀ ਹੋ ਸਕਦਾ ਹੈ, ਜਾਂ ਘਰੇ ਰਹਿ ਕੇ ਵੀ ਹੋ ਸਕਦਾ ਹੈ? ਸਰ ਯੂਜੂਲੀ ਗੈਪ ਹੋਏਗਾ ਉਹ ਜੌਬ ਐਕਸਪੀਰੀਅੰਸ ਹੋਵੇ ਤੇ ਜ਼ਿਆਦਾ ਬੈਟਰ ਹੈ। ਜੇ ਕੋਈ ਬੱਚਾ ਫੈਮਿਲੀ ਬਿਜ਼ਨਸ ਕਰ ਰਿਹਾ ਤੇ ਉਹ ਵੀ ਗੈਪ ਜਸਟੀਫਿਕੇਸ਼ਨ ਦੇ ਵਿੱਚ ਚੱਲ ਸਕਦਾ ਹੈ। ਜੀ ਜੀ, ਕਿਉਂਕਿ ਬਹੁਤ ਸਾਰੇ ਲੋਕ ਹੋ ਸਕਦਾ ਕਿ ਪੜ੍ਹਨ ਤੋਂ ਬਾਅਦ ਖੇਤੀ ਕਰਨ ਲੱਗੇ, ਹਾਂਜੀ, ਘਰ ਪਰਿਵਾਰ ਦੇ ਵਿੱਚ ਰਹਿਣ ਲੱਗੇ, ਉਹਨਾਂ ਕੋਲ ਉਸ ਤਰ੍ਹਾਂ ਦਾ ਕੋਈ ਸਰਟੀਫਿਕੇਟ ਤਾਂ ਹੋਣਾ ਨਹੀਂ ਹੈਗਾ ਕਿ ਅਸੀਂ ਕੀ ਕਰਦੇ ਰਹੇ, ਫਿਰ ਉਹਨੂੰ ਕਿਵੇਂ ਜਸਟੀਫਾਈ ਸਰ ਅਗਰ ਐਗਰੀਕਲਚਰ ਕੀਤੇ ਆ ਤਾਂ ਉਹਦੇ ਜੇ ਫਾਰਮ ਤੇ ਹੋਣਗੇ, ਕੋਈ ਤਾਂ ਉਹਨਾਂ ਨੇ ਆਪਣਾ ਕੋਈ ਤਾਂ ਜਸਟੀਫਿਕੇਸ਼ਨ ਹੋਏਗੀ, ਕ੍ਰੌਪ ਸੈਲ ਕਰਦੇ ਨੇ ਜਾਂ ਕੁਝ ਵੀ ਉਹਨਾਂ ਦੇ ਨਾਮ ਤੇ ਕੁਝ ਵੀ ਹੋਵੇ ਜੋ ਜਸਟੀਫਾਈ ਕਰ ਸਕੇ ਕਿ ਐਗਰੀਕਲਚਰ ਕੀਤਾ ਹੈ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਗੈਪ ਹੈ ਕਿਸੇ ਨੇ ਸਟੱਡੀ ਕਰਨ ਤੋਂ ਬਾਅਦ, ਹੁਣ ਦੁਬਾਰਾ ਕਿਸੇ ਦਾ ਪਲਾਨ ਹੈਗਾ ਏ ਕੈਨੇਡਾ ਜਾਣ ਦਾ, ਤਾਂ ਉਹ ਜਾ ਸਕਦਾ? ਹਾਂਜੀ, ਬਿਲਕੁਲ ਜਾ ਸਕਦਾ। ਜਿੱਦਾਂ ਤੁਸੀਂ ਹੁਣੇ ਐਗਰੀਕਲਚਰ ਦੇ ਬਾਰੇ ਗੱਲ ਕੀਤੀ, ਕੈਨੇਡਾ ਦੇ ਵਿੱਚ ਬਹੁਤ ਸਾਰੇ ਕੋਰਸਿਸ ਅਵੇਲੇਬਲ ਨੇ ਜੋ ਐਗਰੀਕਲਚਰ ਬੇਸਡ ਨੇ, ਤਾਂ ਇਦਾਂ ਦੇ ਕੋਰਸਿਸ ਕਰਨ ਲਈ ਤੁਸੀਂ ਫੋਰਨ ਦੀ ਐਜੂਕੇਸ਼ਨ ਲੈਣ ਡੈਫੀਨੇਟਲੀ ਜਾ ਸਕਦੇ। ਅੱਛਾ, ਜਦੋਂ ਹੁਣ ਸਟੂਡੈਂਟਸ ਜਿਹੜੇ ਨੇ +2 ਕਰਕੇ ਜਾਂਦੇ ਨੇ, ਜਿਹੜਾ ਕੋਰਸ ਸਿਲੈਕਟ ਕਰਦੇ ਹੋ ਤੁਸੀਂ, ਉਹਦੇ ਵਿੱਚ ਵੀ ਕੋਈ ਗੱਲ ਹੁੰਦੀ ਹੈ ਜਾਂ ਜਿਹੜਾ ਮਰਜ਼ੀ ਕੋਰਸ ਸਿਲੈਕਟ ਕਰ ਲਓ? ਕੈਨੇਡਾ ਦੇ ਲਈ ਅਸੀਂ ਸਭ ਤੋਂ ਮੇਨ ਇੱਕ ਕੰਸਲਟੈਂਟ ਦਾ ਇਹੀ ਕੰਮ ਹੁੰਦਾ ਹੈ ਕਿ ਬੱਚੇ ਨੂੰ ਜੋ ਵੀ ਕੋਰਸ ਲੈ ਕੇ ਦੇਣਾ ਉਹ ਰੈਲੇਵੈਂਟ ਲੈ ਕੇ ਦੇਵੇ। ਰੈਲੇਵੈਂਟ ਕੀ, ਜਿਹੜੀ ਸਟਰੀਮ ਲਈ ਆ ਉਹਦੀ ਰੈਲੇਵੈਂਸੀ ਦੇਖੀ ਜਾਂਦੀ ਹੈ? ਅਸੀਂ ਰੈਲੇਵੈਂਸੀ ਤੋਂ ਮਤਲਬ ਹੈ ਮੇਰਾ ਕਿ ਜੋ ਵੀ ਤੁਸੀਂ ਪ੍ਰੀਵੀਅਸ ਸਟੱਡੀ ਕੀਤੀ ਹੈ ਤੇ ਜੋ ਫਰਦਰ ਕਰਨ ਜਾ ਰਹੇ ਹੋ ਉਹਨਾਂ ਦੇ ਵਿੱਚ ਰੈਲੇਵੈਂਸੀ ਹੋਵੇ, ਆਈਦਰ ਤੁਹਾਡੀ ਪ੍ਰੀਵੀਅਸ ਸਟੱਡੀ ਦੀ ਔਰ ਜੋ ਤੁਹਾਡਾ ਜੌਬ ਐਕਸਪੀਰੀਅੰਸ ਹੈ, ਤਾਂ ਕਿ ਤੁਸੀਂ ਅੰਬੈਸੀ ਨੂੰ ਜਸਟੀਫਾਈ ਕਰ ਸਕੋ ਕਿ ਮੇਰਾ ਇੰਟਰਸਟ ਏਰੀਆ ਕੀ ਸੀ। ਸਟੂਡੈਂਟ ਕਈ ਵਾਰ ਸੋਚਦੇ ਨੇ ਕਿ ਸਾਨੂੰ ਸਟੱਡੀ ਥੋੜੀ ਸੌਖੀ ਮਿਲੇ, ਈਜ਼ੀ ਹੋਵੇ, ਉਹ ਟਫ ਨਾ ਹੋਵੇ। ਸਰ ਸਟੱਡੀ ਦੇਖੋ, ਸਟੱਡੀ ਈਜ਼ੀ ਹੀ ਹੈ। ਉਹਨੂੰ ਈਜ਼ੀ ਕਿਸ ਤਰ੍ਹਾਂ ਕੀਤਾ ਜਾਂਦਾ, ਕਿਉਂਕਿ ਪ੍ਰੈਕਟੀਕਲ ਬੇਸਡ ਸਟੱਡੀ ਹੈ ਤੁਹਾਡਾ। ਇਸ ਇਹੀ ਅੰਬੈਸੀ ਚਾਹੁੰਦੀ ਹੈ ਕਿ ਈਜ਼ੀ ਕਿਸ ਚੀਜ਼ ਨੂੰ ਅਸੀਂ ਕਹਿੰਦੇ ਹਾਂ? ਈਜ਼ੀ ਉਹੀ ਚੀਜ਼ ਹੈ ਜਿਹੜਾ ਮੇਰਾ ਪੈਸ਼ਨ ਹੈ। ਬਹੁਤ ਸਾਰੇ ਸਟੂਡੈਂਟ ਕਹਿੰਦੇ ਨੇ ਕਿ ਸਾਨੂੰ ਅਸਾਈਨਮੈਂਟਸ ਬਹੁਤ ਦੇਣੀਆਂ ਪੈਂਦੀਆਂ ਨੇ, ਕਈ ਕੋਰਸਿਸ ਇਸ ਤਰ੍ਹਾਂ ਦੇ ਹੁੰਦੇ ਨੇ, ਬਹੁਤ ਸਮਾਂ ਲੱਗਦਾ। ਸਰ ਉਹੀ ਗੱਲ ਹੈ, ਜੇ ਬੱਚੇ ਨੂੰ ਉਹਦੇ ਇੰਟਰਸਟ ਏਰੀਆ ਦਾ ਪ੍ਰੋਗਰਾਮ ਦਿੱਤਾ ਹੋਏਗਾ ਨਾ, ਉਹਨੂੰ ਅਸਾਈਨਮੈਂਟਸ ਔਖੀਆਂ ਨਹੀਂ ਲੱਗਣਗੀਆਂ। ਡੈਫੀਨੇਟਲੀ ਮੈਂ ਕਾਮਰਸ ਦਾ ਬੱਚਾ ਹੈ, ਉਹਨੇ ਬਿਜ਼ਨਸ ਰਿਲੇਟਡ ਅਗਰ ਉਹ ਪ੍ਰੋਗਰਾਮ 'ਚ ਜਾਂਦਾ ਹੈ ਤਾਂ ਡੈਫੀਨੇਟਲੀ ਉਹਨੇ ਜੋ ਆਪਣੇ ਇੱਕ ਪ੍ਰੀਵੀਅਸ ਐਜੂਕੇਸ਼ਨ 'ਚ ਪੜ੍ਹਿਆ ਉਹਨੂੰ ਫਰਦਰ ਉਹ ਕਰਨ ਦੇ ਵਿੱਚ ਡੈਫੀਨੇਟਲੀ ਹੈਲਪ ਮਿਲੇਗੀ ਔਰ ਉਹ ਰੈਲੇਵੈਂਸੀ ਡੈਫੀਨੇਟਲੀ ਉਹਨੂੰ ਵੀਜ਼ਾ ਲੈਣ। ਤੁਸੀਂ ਕਿਵੇਂ ਕਨਵਿੰਸ ਕਰਦੇ ਹੋ ਸਟੂਡੈਂਟ ਨੂੰ? ਮੰਨ ਲਓ ਉਹ ਕਹਿੰਦਾ ਕਿ ਮੈਂ ਤਾਂ ਇਹ ਕੋਰਸ ਲੈਣਾ, ਫਿਰ ਤੁਸੀਂ ਉਹਨੂੰ ਗਾਈਡ ਕਰਦੇ ਹੋ, ਤੁਹਾਡੀ ਗੱਲ ਮੰਨੀ ਜਾਂਦੀ ਹੈ? ਕਿਵੇਂ ਡੈਫੀਨੇਟਲੀ ਬੱਚਾ ਸਮਝਦਾ, ਕਿਉਂਕਿ ਬੱਚੇ ਨੂੰ ਮੇਨ ਕੰਸਰਨ ਹੁੰਦਾ ਕਿ ਮੇਰਾ ਵੀਜ਼ਾ ਹੁੰਦਾ ਤਾਂ ਹੀ ਆਣਾ ਹੈ ਜੇ ਉਹਦਾ ਕੋਰਸ ਰੈਲੇਵੈਂਟ ਹੋਏਗਾ, ਉਹਦੀ ਪ੍ਰੀਵੀਅਸ ਸਟੱਡੀ ਆਈਦਰ ਉਹਦੀ ਜੌਬ ਐਕਸਪੀਰੀਅੰਸ। ਰਿਫਿਊਜ਼ਲ ਦਾ ਇੱਕ ਕਾਰਨ ਇਹ ਵੀ ਹੈ ਕਿ ਗਲਤ ਕੋਰਸ ਕਈ ਵਾਰ। ਬਿਲਕੁਲ, ਡੈਫੀਨੇਟਲੀ ਅੰਬੈਸੀ ਡੈਫੀਨੇਟਲੀ ਲਿਖ ਕੇ ਭੇਜਦੀ ਹੈ। ਕਈ ਵਾਰੀ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਜੇ ਰਿਫਿਊਜ਼ਲ ਆਉਂਦੀ ਹੈ ਕੇਪਸ ਜ਼ਰੂਰ ਕਢਵਾਓ। ਕੇਪਸ ਦੇ ਵਿੱਚ ਡੈਫੀਨੇਟਲੀ ਅੰਬੈਸੀ ਜੋ ਪੁਆਇੰਟ ਜਸਟੀਫਾਈ ਕਰਦੀ ਹੈ ਉਹਦੇ ਵਿੱਚ ਉਹ ਦੱਸਦੀ ਹੈ ਕਿ ਤੇਰਾ ਕੋਰਸ ਜਿਹੜਾ ਸੀ ਉਹ ਜੈਨੂਅਨ ਨਹੀਂ ਮੈਨੂੰ ਲੱਗਾ, ਮੈਨੂੰ ਨਹੀਂ ਮੋਟੀਵੇਟ ਹੋ ਰਿਹਾ ਕਿ ਤੇਰਾ ਇਹ ਕੋਰਸ ਹੈ, ਤੂੰ ਇਹ ਫਰਦਰ ਪੜ੍ਹਨ ਹੀ ਆ ਰਿਹਾ, ਕਿ ਮੈਨੂੰ ਤੇਰਾ ਪਰਪਸ ਇੱਥੇ ਆਉਣ ਦਾ ਪਤਾ ਸਮਝ ਨਹੀਂ ਆ ਰਿਹਾ। ਅੱਛਾ, ਜਦੋਂ ਹੁਣ ਰਿਫਿਊਜ਼ਲ ਦੀ ਗੱਲ ਕਰਦੇ ਹਾਂ, ਕਈ ਵਾਰ ਇੱਕ ਰਿਫਿਊਜ਼ਲ ਕਿਸੇ ਹੋਰ ਏਜੰਟ ਕੋਲੇ ਲੱਗ ਗਈ ਹੈ, ਕੰਸਲਟੈਂਟ ਕੋਲ ਲੱਗ ਗਈ ਹੈ, ਕਈ ਵਾਰੀ ਹੋਰ ਰਿਫਿਊਜ਼ਲ ਲੱਗ ਗਈ ਹੈ, ਕੀ ਫਿਰ ਉਸ ਤਰ੍ਹਾਂ ਦੇ ਰਿਫਿਊਜ਼ ਕੇਸ ਨੂੰ ਵੀ ਤੁਸੀਂ ਲੈਂਦੇ ਹੋ? ਡੈਫੀਨੇਟਲੀ ਮੈਂ ਰੀਸੈਂਟਲੀ ਰਿਫਿਊਜ਼ਲ ਜੋ ਕਿਸੇ ਹੋਰ ਕੰਸਲਟੈਂਟ ਤੋਂ ਜਾਂ ਬੱਚੇ ਨੇ ਰੀਅਪਲਾਈ ਵੀ ਕੀਤਾ, ਅਗੇਨ ਰਿਫਿਊਜ਼ਲ ਆ ਗਈ, ਉਹਨਾਂ ਕੇਸਿਸ ਦੇ ਵਿੱਚ ਵੀ ਮੈਂ ਵੀਜ਼ਾ ਲਿੱਤਾ। ਤੁਸੀਂ ਅਗਰ ਮੇਰਾ ਪ੍ਰੋਫਾਈਲ ਦੇਖੋਗੇ ਤੇ ਡੈਫੀਨੇਟਲੀ ਬੱਚਿਆਂ ਦੇ ਰਿਵਿਊਜ਼ ਦੇਖੋਗੇ ਤੇ ਡੈਫੀਨੇਟਲੀ ਮੇਰੀ ਹਿਸਟਰੀ ਵਿੱਚ ਹੈਗਾ ਕਿ ਮੈਂ ਬਾਰ-ਬਾਰ ਰਿਫਿਊਜ਼ ਕੇਸਿਸ ਦੇ ਉੱਪਰ ਵੀ ਵੀਜ਼ਾ ਤੁਹਾਡੇ ਕੋਲੇ ਜਿਹੜੇ ਬੱਚੇ ਕਿਸੇ ਹੋਰ ਤੋਂ ਕਿਸੇ ਦਾ ਰਿਫਿਊਜ਼ ਹੋ ਗਿਆ, ਕੀ ਕਾਰਨ, ਵੱਡਾ ਕਾਰਨ ਕੀ ਸਾਹਮਣੇ ਆਉਂਦਾ, ਤੁਸੀਂ ਕੀ ਦੇਖਦੇ ਹੋ? ਕਈ ਵਾਰੀ ਬੱਚੇ ਦਾ ਪ੍ਰੋਫਾਈਲ ਪ੍ਰੋਪਰਲੀ ਪ੍ਰੈਜ਼ੈਂਟ ਨਹੀਂ ਹੁੰਦਾ, ਬੱਚੇ ਦਾ ਪਰਪਸ ਸਟੇਟਮੈਂਟ ਆਫ ਪਰਪਸ ਜਿਹੜੀ ਬਣਾਈ ਗਈ ਹੈ ਉਹ ਜਸਟੀਫਾਈਬਲ ਨਹੀਂ ਹੈ, ਬੱਚੇ ਨੂੰ ਯੂਜੂਲੀ ਕੋਰਸ ਗਲਤ ਦੇ ਦਿੱਤਾ ਗਿਆ ਜਾਂ ਬੱਚੇ ਨੂੰ ਐਸੇ ਏਰੀਆ ਦੇ ਵਿੱਚ ਭੇਜਿਆ ਗਿਆ। ਮਿਹਨਤ ਕਰਦੇ ਹੋ ਤੁਸੀਂ? ਡੈਫੀਨੇਟਲੀ ਮੇਰੀ ਖੁਦ, ਜਾਂ ਕਈ ਵਾਰੀ ਹੁੰਦਾ ਹੈ ਕਿ ਬਹੁਤ ਸਾਰਾ ਸਟਾਫ ਹੁੰਦਾ,
ਉਹਦੇ ਤੇ ਛੱਡ ਦਿੱਤਾ ਜਾਂਦਾ ਨੈਵਰ ਨੈਵਰ ਮੇਰੀ ਐਕਸਪਰਟ ਟੀਮ ਹੈ ਉਹ ਬਣਾਉਂਦੀ ਹੈ ਪਰ ਫਾਈਨਲਾਈਜ਼ ਹਮੇਸ਼ਾ ਮੈਂ ਕਰਦੀ ਹਾਂ ਬਿਕੋਜ਼ ਬੀਇੰਗ ਐਨ ਐਜੂਕੇਸ਼ਨਿਸਟ ਮੈਂ ਆਪਣੇ ਆਪ ਨੂੰ ਕਦੀ ਵੀ ਏਜੰਟ ਨਹੀਂ ਕਹਿੰਦੀ ਮੈਂ ਆਪਣੇ ਆਪ ਨੂੰ ਐਜੂਕੇਸ਼ਨਿਸਟ ਕਹਿੰਦੀ ਹਾਂ ਮੈਂ ਆਪਣੇ ਆਪ ਨੂੰ ਇੱਕ ਐਜੂਕੇਸ਼ਨ ਕੰਸਲਟੈਂਟ ਕਹਿੰਦੀ ਹਾਂ ਕਿ ਬੱਚਾ ਮੇਰੇ ਕੋਲ ਆਇਆ ਪੜ੍ਹਨ ਲਈ ਤੇ ਮੇਰੀ ਗਾਈਡੈਂਸ ਹਮੇਸ਼ਾ ਬੱਚੇ ਦੇ ਲਈ ਇੱਕੋ ਚੀਜ਼ ਦੀ ਹੋਏਗੀ ਕਿ ਤੇਰੀ ਜਿਹੜਾ ਪ੍ਰੋਫਾਈਲ ਹੈ ਮੈਂ ਐਮਬੈਸੀ 'ਚ ਇੱਦਾਂ ਪ੍ਰੈਜ਼ੈਂਟ ਕਿਉਂਕਿ ਜਦੋਂ ਐਸਓਪੀ ਰੈਡੀ ਕਰਦੇ ਹੋ ਤਿਆਰ ਕਰਦੇ ਹੋ ਪ੍ਰਿਪੇਅਰ ਕਰਦੇ ਹੋ ਉਹਨੂੰ ਟਾਈਮ ਵੀ ਲੱਗਦਾ ਹੈ ਤੇ ਉਹ ਇੱਕ ਵੱਖ ਵੀ ਹੁੰਦੀ ਹੈ ਹਰ ਸਟੂਡੈਂਟ ਦੀ ਡੈਫੀਨੇਟਲੀ ਵੱਖ ਹੁੰਦੀ ਹੈ ਸੇਮ ਐਸਓਪੀ ਕਦੀ ਵੀ ਕਿਸੇ ਸਟੂਡੈਂਟ ਦੀ ਨਹੀਂ ਯੂਜ਼ ਕਾਪੀ ਪੇਸਟ ਹੋ ਜਾਂਦਾ ਨਾ ਕਈ ਵਾਰੀ ਨੈਵਰ ਹਰ ਬੱਚੇ ਦਾ ਪ੍ਰੋਫਾਈਲ ਡਿਫਰੈਂਟ ਹੈ ਹਰ ਬੱਚੇ ਦਾ ਏਰੀਆ ਡਿਫਰੈਂਟ ਹੈ ਕਾਲਜ ਡਿਫਰੈਂਟ ਹੁੰਦਾ ਹੈ ਕੋਰਸ ਡਿਫਰੈਂਟ ਹੁੰਦਾ ਹੈ ਉਹਨਾਂ ਸਾਰੇ ਪੈਰਾਮੀਟਰਸ ਤੇ ਅਸੀਂ ਐਸਓਪੀ ਤੇ ਤੁਸੀਂ ਦੋ ਗੱਲਾਂ ਹੁਣ ਤੱਕ ਮੇਨ ਦੱਸੀਆਂ ਕਿ ਤੁਸੀਂ ਇੱਕ ਤਾਂ ਜੇ ਜ਼ਿਆਦਾ ਗੈਪ ਹੈਗਾ ਉਹਦਾ ਵੀ ਵੀਜ਼ਾ ਲਵਾ ਕੇ ਦਿੰਦੇ ਹੋ ਡੈਫੀਨੇਟਲੀ ਜੇ ਕਿਸੇ ਦੀ ਜ਼ਿਆਦਾ ਰਿਫਿਊਜ਼ਲ ਹੈ 1 2 3 ਵਾਰ ਉਸ ਦਾ ਵੀ ਤੁਸੀਂ ਵੀਜ਼ਾ ਲਵਾਇਆ ਵੀ ਹੈ ਤੇ ਲਵਾਉਂਦੇ ਵੀ ਡੈਫੀਨੇਟਲੀ ਮੈਂ ਰੀਸੈਂਟਲੀ ਤੁਹਾਡੇ ਨਾਲ ਇੱਕ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੀ ਹਾਂ ਬੱਚੇ ਦੇ 92% ਮਾਰਕਸ ਸੀ 8.5 ਉਹਦੇ ਬੈਂਡ ਸੀਗੇ ਫਿਰ ਵੀ ਬੱਚਾ ਐਮਬੈਸੀ ਚੋਂ ਰਿਫਿਊਜ਼ ਹੋਇਆ ਜਸਟ ਬਿਕੋਜ਼ ਆਫ ਰੋਂਗ ਕੋਰਸ ਲੈਣ ਦੇ ਕਾਰਨ ਕਿ ਉਹਨੇ ਕੋਰਸ ਹੀ ਗਲਤ ਚੂਜ਼ ਕੀਤਾ ਜੋ ਬੱਚੇ ਦਾ ਪ੍ਰੋਫਾਈਲ ਉਹਨੂੰ ਜਸਟੀਫਾਈ ਕਰਦਾ ਉਹਦੀ ਸਟੱਡੀਜ਼ ਨੂੰ ਡੈਫੀਨੇਟਲੀ ਮੈਂ ਬੱਚਿਆਂ ਨੂੰ ਕਹਿੰਦੀ ਹਾਂ ਇੱਕ ਕੁਐਸਚਨੇਅਰ ਬਣਾ ਕੇ ਲਿਆਓ ਇੱਕ ਚੀਜ਼ ਮੇਰੇ ਨਾਲ ਪੁੱਛੋ ਤੁਹਾਡਾ ਇੱਕ ਕੰਸਲਟੈਂਟ ਕੋ ਜਾਣ ਦਾ ਮੋਟਿਵ ਕੀ ਹੈ ਜਦਕਿ YouTube ਤੇ ਹੋਰ ਬਹੁਤ ਚੀਜ਼ਾਂ ਤੇ ਸਾਰੀਆਂ ਚੀਜ਼ਾਂ ਐਕਸਪਲੇਨਡ ਹੈ ਇੱਕ ਕੰਸਲਟੈਂਟ ਕਿਉਂ ਹੈ ਕੰਸਲਟੈਂਟ ਸਿਰਫ ਇਸੇ ਕਰਕੇ ਹੈ ਕਿ ਉਹ ਤੁਹਾਡੇ ਕੁਐਸਚਨਸ ਦੇ ਆਨਸਰ ਦੇਵੇ ਜ਼ਿਆਦਾ ਧਿਆਨ ਕਿੱਧਰ ਹੁੰਦਾ ਹੈ ਕਿ ਜਿਹੜੀ ਫੀਸ ਹੈ ਉਹ ਮਿਲ ਜਵੇ ਜਾਂ ਫਿਰ ਵੀਜ਼ਾਜ਼ ਆਉਣ ਕਿਉਂਕਿ ਸਾਡਾ ਪ੍ਰੋਫੈਸ਼ਨ ਐਸਾ ਹੈ ਕਿ ਇਹ ਰੈਫਰੈਂਸ ਬੇਸ ਹੈ ਮੈਨੂੰ ਫੀਸ ਨਾਲ ਮਤਲਬ ਨਹੀਂ ਹੁੰਦਾ ਮੈਨੂੰ ਮੇਰੇ ਵੀਜ਼ਾ ਨਾਲ ਮਤਲਬ ਹੁੰਦਾ ਕਿਉਂਕਿ ਬਹੁਤ ਸਾਰੇ ਕੰਸਲਟੈਂਟ ਇਸ ਤਰ੍ਹਾਂ ਦੇ ਵੀ ਨੇ ਕਿ ਫਾਈਲਸ ਜਿੰਨੀਆਂ ਆਉਣਗੀਆਂ ਉਨੀ ਫੀਸ ਆਊਗੀ ਵੀਜ਼ਾ ਲੱਗਦਾ ਨਹੀਂ ਲੱਗਦਾ ਕਈ ਵਾਰ ਵੀਕ ਕੇਸਿਸ ਵੀ ਚੱਕ ਲੈ ਜਾਂਦੇ ਨੇ ਲੋ ਪ੍ਰੋਫਾਈਲ ਵੀ ਚੱਕ ਲੈ ਜਾਂਦੇ ਨੇ ਕਿ ਠੀਕ ਹੈ ਜਿਹੜੇ 25 30 40 50 ਹਜ਼ਾਰ ਆਉਣਗੇ ਉਹੀ ਬਹੁਤ ਹੈਗਾ ਸਰ ਉਹ ਫਿਰ ਆਫਿਸਿਸ ਵੀ ਬੜੇ ਜਲਦੀ ਬੰਦ ਹੋ ਜਾਂਦੇ ਆ ਸਾਡੇ 16 ਸਾਲ ਦਾ ਪੁਰਾਣਾ ਐਕਸਪੀਰੀਅੰਸ ਹੈ 16 ਸਾਲ ਦਾ ਸਾਡਾ ਆਫਿਸ ਹੈ ਇਸੇ ਕਰਕੇ ਇਹੀ ਸਾਡੀ USP ਹੈ ਕਿ ਅਸੀਂ ਬੱਚੇ ਦਾ ਵੀਜ਼ਾ ਲਗਾਉਣ 'ਚ ਬਿਲੀਵ ਕਰਦੇ ਹਾਂ ਇਹ ਜ਼ਰੂਰ ਗਾਈਡੈਂਸ ਕਰੀਦੀ ਹੈ ਜੇ ਕਿਸੇ ਪਾਰਟਿਕੂਲਰ ਕੰਟਰੀ ਦੇ ਵਿੱਚ ਉਸ ਦਾ ਪ੍ਰੋਫਾਈਲ ਨਹੀਂ ਸੂਟ ਕਰ ਰਿਹਾ ਤੇ ਕਿਸੇ ਹੋਰ ਕੰਟਰੀ 'ਚ ਸੁਜੈਸਟ ਕਰ ਦਿਓ ਹਾਂ ਜਿਸ ਤਰ੍ਹਾਂ ਹੁੰਦਾ ਹੈ ਗਲਤਲੀ ਧਕੇਲਣ ਵਾਲਾ ਕੰਮ ਅਸੀਂ ਕਦੀ ਨਹੀਂ ਕਰੀਦਾ ਕੋਈ ਬੱਚਾ ਉਹਦੀ ਪ੍ਰੋਫਾਈਲ ਕੈਨੇਡਾ ਦੇ ਲਈ ਉਨੀ ਜਿਹੜੇ ਉਹਦੇ ਪੁਆਇੰਟ ਬੇਸ ਹੈਗਾ ਜਾਂ ਉਹਦੇ ਬੈਂਡ ਹੈਗੇ ਨੇ ਜਾਂ ਉਹ ਉਨੀ ਐਲੀਜੀਬਿਲਟੀ ਨਹੀਂ ਹੁੰਦਾ ਐਲੀਜੀਬਲ ਨਹੀਂ ਹੈਗਾ ਕੈਨੇਡਾ ਲਈ ਫਿਰ ਤੁਸੀਂ ਕਹਿੰਦੇ ਹੋ ਕਿ ਕਿਸੇ ਹੋਰ ਕੰਟਰੀ ਤੁਹਾਨੂੰ ਡੈਫੀਨੇਟਲੀ ਮੇਰੇ ਕੋਲ ਹੁਣ 2019 ਪਾਸ ਆਊਟ ਬੱਚਾ ਆਇਆ ਸੀ ਕਰਨਵੀਰ ਸਿੰਘ ਸੀ ਉਹਦੇ 5.5 2 ਮੋਡਿਊਲ ਚ ਬੈਂਡ ਸੀਗੇ ਔਰ ਉਹ ਕੈਨੇਡਾ ਤੋਂ 2 ਵਾਰੀ ਰਿਫਿਊਜ਼ ਸੀ ਜਦੋਂ ਮੇਰੇ ਕੋਲ ਆਇਆ ਤਾਂ ਉਹਦਾ ਸਟਿਲ ਉਹਨੂੰ ਸੀਗਾ ਕਿ ਮੇਰਾ ਕੈਨੇਡਾ ਹੀ ਲਗਵਾਓ ਮੈਂ ਉਹਨੂੰ ਕੀਤਾ ਕਿ ਬੇਟਾ ਜਾਂ ਤੇ ਬੈਂਡ ਇੰਪਰੂਵ ਕਰ ਇੱਕ ਤੇਰਾ ਗੈਪ ਪੈ ਗਿਆ ਤੇ ਮੈਂ ਉਹਨੂੰ ਕਿਹਾ ਕਿ USA ਤੂੰ ਟਰਾਈ ਕਰ ਤੇਰਾ USA ਦੇ ਲਈ ਪ੍ਰੋਫਾਈਲ ਅੱਛਾ ਹੈ ਅੱਜ ਮੇਰੇ ਕੋਲ ਉਹਦਾ ਵੀਜ਼ਾ ਹੈ ਉਹਨੂੰ 5 ਸਾਲ ਦਾ USA ਦਾ ਵੀਜ਼ਾ ਮਿਲਿਆ ਤੇ ਉਹਦਾ ਡ੍ਰੀਮ ਪੂਰਾ ਹੋਇਆ ਇੱਕ ਸੁਪਰ ਪਾਵਰ 'ਚ ਜਾਣ ਦਾ ਉਹਨੂੰ ਮੌਕਾ ਮਿਲਿਆ ਸੋ ਬਹੁਤ ਟਾਈਮ 'ਚ ਅਸੀਂ ਕਈ ਵਾਰੀ ਇਹਦੇ ਵਿੱਚ ਮੈਂ ਰੋਕ ਰਿਹਾ ਸੀ ਕਈ ਵਾਰੀ ਹੁੰਦਾ ਕੀ ਹੈ ਕਿ ਬ੍ਰਦਰ ਜਾਂ ਸਿਸਟਰ ਕੈਨੇਡਾ ਹੈ ਤੇ ਦੂਜਾ ਭਰਾ ਜਾਂ ਭੈਣ ਵੀ ਕੈਨੇਡਾ ਜਾਣਾ ਚਾਹੁੰਦਾ ਡੈਫੀਨੇਟਲੀ ਤੇ ਪਰ ਉਹ ਪ੍ਰੋਫਾਈਲ ਮੈਚ ਨਹੀਂ ਕਰਦਾ ਹੈਗਾ ਫਿਰ ਬਾਈ US ਵੀ ਕੈਨੇਡਾ ਜਾਇਆ ਜਾ ਸਕਦਾ ਬਿਲਕੁਲ ਜਾਇਆ ਜਾ ਸਕਦਾ ਪਰ USA ਇਟਸੈਲਫ ਹੀ ਐਸੀ ਕੰਟਰੀ ਹੈ ਕਿ ਇੱਕ ਡ੍ਰੀਮ ਕੰਟਰੀ ਹੈ ਮੈਨੂੰ ਨਹੀਂ ਲੱਗਦਾ ਕਿ USA ਜਾ ਕੇ ਕੋਈ ਮੂਵ ਕਰੇਗਾ ਕਿਉਂਕਿ USA ਇੱਕ ਤਾਂ ਨੇਬਰਿੰਗ ਕੰਟਰੀ ਹੈ ਤੁਸੀਂ ਕੱਲ ਨੂੰ ਆ ਜਾ ਸਕਦੇ ਹੋ ਇੱਕ ਦੂਜੇ ਕੋਲ ਡੈਫੀਨੇਟਲੀ ਤੇ USA ਤਾਂ ਡ੍ਰੀਮ ਹੈ ਜੇ ਪੂਰਾ ਹੋ ਜਾਏ ਇੰਟਰਵਿਊ ਬੇਸਡ ਵੀਜ਼ਾ ਹੈ 2 ਤੋਂ 3 ਮਿੰਟ ਦੀ ਇੰਟਰਵਿਊ ਜੇ ਬੱਚਾ ਕਰੈਕ ਕਰ ਸਕਦਾ ਹੈ ਤੇ ਜੇ ਪ੍ਰੋਫਾਈਲ 'ਚ ਲੱਗਦਾ ਹੈ ਕਿ ਕੈਨੇਡਾ ਦਾ ਨਾਲ ਨਹੀਂ ਮੈਚ ਕਰ ਰਿਹਾ ਤੇ USA ਕੈਨੇਡਾ ਦਾ ਤੇ US ਦਾ ਫੀਸ ਸਟਰਕਚਰ ਦਾ ਵੀ ਫਰਕ ਹੈਗਾ ਪੈਸੇ ਵੀ ਘੱਟ ਲੱਗਦੇ ਨੇ USA ਦੇ ਵਿੱਚ ਪ੍ਰੈਜ਼ੈਂਟਲੀ ਜਾਣ ਟਾਈਮ ਤੇ ਘੱਟ ਲੱਗਦੇ ਨੇ ਫੀਸ ਸਟਰਕਚਰ ਤੇ ਆਲਮੋਸਟ ਸਿਮਿਲਰ ਹੈ ਬਟ USA ਜਿਹਦਾ ਕੈਨੇਡਾ ਦੇ ਵਿੱਚ ਸਾਨੂੰ ਫੀਸ GIC ਸਭ ਕੁਝ ਦੇ ਕੇ ਜਾਣਾ ਪੈਂਦਾ ਹੈ USA ਸਾਰੇ ਪੈਸੇ ਵੀਜ਼ਾ ਤੋਂ ਬਾਅਦ ਨੇ ਉਹ ਵੀ ਤੁਸੀਂ 50% ਫੀਸ ਪੇ ਕਰਕੇ ਜਾ ਸਕਦੇ ਹੋ ਮੈਂ ਬੱਚਿਆਂ ਨੂੰ ਇਹ ਵੀ ਜ਼ਰੂਰ ਕਹਿੰਨੀ ਹੈ ਕਿ ਫੰਡਸ ਸ਼ੋ ਕਰਨੇ ਫੰਡ ਸ਼ੋ ਉਹ ਕਿੰਨੇ ਪੁਰਾਣੇ ਉਹ 1 day old ਸਿਰਫ ਹਾਂਜੀ US ਲਈ USA ਅੱਛਾ ਪਰ ਇਹਦੇ ਵਿੱਚ ਜਿਹੜੀ 2 ਮਿੰਟ ਦੀ ਇੱਕ ਇੰਟਰਵਿਊ ਹੈਗੀ ਆ ਉਹ ਥੋੜਾ ਜਿਹਾ ਲੱਗਦਾ ਸਟੂਡੈਂਟਸ ਨੂੰ ਡੈਫੀਨੇਟਲੀ ਬੱਚਾ ਜੇ ਕੌਨਫੀਡੈਂਟ ਹੈ ਜਿਹਨੇ ਆਇਲਸ ਕੀਤੀ ਹੋਈ ਹੈ ਉਹ ਇੰਟਰਵਿਊ ਕਰੈਕ ਕਰ ਲੈਂਦਾ ਸਾਡੀ ਪ੍ਰੋਪਰ ਐਕਸਪਰਟ ਟੀਮ ਹੈ ਜੋ ਇੰਟਰਵਿਊ ਦੇ ਲਈ ਤਿਆਰੀ ਕਰਵਾਉਂਦੀ ਹੈ ਬਿਲਕੁਲ ਪ੍ਰੋਪਰਲੀ ਫਾਈਨਲ ਇੰਟਰਵਿਊਜ਼ ਮੈਂ ਲੈਣੀ ਆ ਮੇਰਾ ਸਟਾਫ ਪ੍ਰੋਪਰਲੀ ਇੰਟਰਵਿਊ ਦੀ ਤਿਆਰੀ ਕਰਾਂਦਾ ਤੇ ਜਿਸ ਢੰਗ ਦੇ ਨਾਲ ਇੰਟਰਵਿਊ ਹੁੰਦੀ ਹੈ ਕਿ ਗਿਣੇ ਚੁਣੇ ਕੁਐਸਚਨ ਹੁੰਦੇ ਨੇ ਤੁਹਾਨੂੰ ਲੱਗਦਾ ਜੋ ਨਹੀਂ ਡੈਫੀਨੇਟਲੀ ਕੁਐਸਚਨ ਤਾਂ ਬਹੁਤ ਜ਼ਿਆਦਾ ਨੇ ਪੁੱਛਦੇ 1 ਜਾਂ 2 ਕੁਐਸਚਨ ਸੀ ਨੇ ਜੇ ਤੁਸੀਂ ਉਹ 2 ਕੁਐਸਚਨ ਦੇ ਨਾਲ ਐਮਬੈਸੀ ਨੂੰ ਕਨਵਿੰਸ ਕਰ ਲੈਂਦੇ ਹੋ ਤੇ ਡੈਫੀਨੇਟਲੀ ਤੁਹਾਡਾ ਵੀਜ਼ਾ ਔਨ ਦਾ ਸਪੌਟ ਇੱਕ ਨੋਨ ਸੀਗਾ ਉਸ ਸਟੂਡੈਂਟ ਨੂੰ US ਦੇ ਵਿੱਚ ਉਹਦੀ ਇੰਟਰਵਿਊ ਸੀਗੀ ਤੇ ਇੰਟਰਵਿਊ ਦੇ ਦੌਰਾਨ ਉਹਨੂੰ ਫੀਸ ਪੁੱਛੀ ਗਈ ਉਹਨੇ ਅਪਰੋਕਸੀਮੇਟਲੀ ਦੱਸਤੀ ਤੇ ਉਹਦਾ ਇਸ ਗੱਲ ਤੇ ਰਿਫਿਊਜ਼ ਹੋ ਗਿਆ
ਨਹੀਂ, ਇਸ ਤਰ੍ਹਾਂ ਨਹੀਂ ਕਦੀ ਵੀ ਰਿਫਿਊਜ਼ ਹੁੰਦਾ। ਬੇਸਿਕਲੀ ਉਹ ਫੰਡਸ ਦੇ ਲਈ ਬਹੁਤ ਪਾਰਟਿਕੂਲਰ ਨੇ, ਕਿਉਂਕਿ ਸਭ ਕੁਝ ਆਫਟਰ ਵੀਜ਼ਾ ਜਾਣਾ ਹੈ। ਤੇ USA ਐਮਬੈਸੀ ਨੂੰ ਇਹ ਹੁੰਦਾ ਕਿ ਬੱਚੇ ਨੂੰ ਐਟਲੀਸਟ ਉਸ ਚੀਜ਼ ਦੀ ਨੌਲੇਜ ਹੋਵੇ ਕਿ ਮੇਰੀ ਐਕਚੁਅਲ ਫੀਸ ਕਿੰਨੀ ਜਾਣੀ ਹੈ, ਜੇ ਮੈਨੂੰ ਸਕਾਲਰਸ਼ਿਪ ਮਿਲਿਆ ਤੇ ਕਿੰਨਾ ਸਕਾਲਰਸ਼ਿਪ ਮਿਲਿਆ, ਤੇ ਜਿਹੜੇ ਮੈਂ ਫੰਡ ਸ਼ੋ ਕਰ ਰਿਹਾ ਉਹ ਕਿੰਨੇ ਨੇ। ਉਹ ਡੈਫੀਨੇਟਲੀ ਸਫੀਸ਼ੀਐਂਟ ਫੰਡਸ ਤੇ ਕੁਐਸਚਨਿੰਗ ਕਰਨਗੇ। ਬੱਚੇ ਨੂੰ ਇਹ ਚੀਜ਼ ਦੀ ਅਸੀਂ ਪ੍ਰੋਪਰਲੀ ਤਿਆਰੀ ਕਰਾਉਂਦੇ ਹਾਂ, ਪ੍ਰੋਪਰਲੀ ਬੱਚੇ ਨੂੰ ਨੌਲੇਜ ਦਿੰਦੇ ਹਾਂ ਕਿ ਤੇਰਾ ਇਹ ਪ੍ਰੋਫਾਈਲ ਹੈ, ਔਰ ਇਹ ਬੱਚੇ ਲਈ ਬਹੁਤ ਕੌਨਫੀਡੈਂਸ ਨਾਲ ਆਨਸਰ ਦੇਣਾ ਜ਼ਰੂਰੀ ਬਣਦਾ ਹੈ। ਤੁਸੀਂ ਐਡਵਰਟਾਈਜ਼ਮੈਂਟ ਤਾਂ ਨਹੀਂ ਕਰਦੇ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ? ਸਰ USA ਦੇ ਤਾਂ ਪੈਸੇ ਜਾਂਦੇ ਹੀ ਵੀਜ਼ਾ ਲੱਗਣ ਤੋਂ ਬਾਅਦ ਹੈ, ਤਾਂ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਨਹੀਂ ਹੈ। ਮੇਰਾ ਬਲੀਵ ਇਹ ਹੈ ਕਿ ਥੋੜਾ ਮੇਰਾ ਕੰਮ ਕਰਨ ਦਾ ਤਰੀਕਾ ਅਲੱਗ ਹੈ। ਮੈਂ ਕਦੀ ਵੀ ਇਹ ਨਹੀਂ ਕਹਿੰਦੀ ਕਿ ਤੁਸੀਂ ਪੈਸੇ ਬਾਅਦ ਚੋਂ ਪੇ ਕਰੋ। ਕੈਨੇਡਾ ਦੇ ਵਿੱਚ ਐਮਬੈਸੀ ਕਹਿੰਦੀ ਹੈ ਜੇ ਤੁਸੀਂ SDS ਕੈਟੇਗਰੀ 'ਚ ਵੀਜ਼ਾ ਲਗਾ ਰਹੇ ਹੋ, ਆਪਣੀ 1 ਈਅਰ ਫੀ ਪੇ ਕਰੋ, GIC ਪੇ ਕਰੋ ਔਰ ਆਪਣੀ ਫਾਈਲ ਲੌਂਚ ਕਰੋ। ਅਸੀਂ ਕਿੱਦਾਂ ਕਿਸੇ ਨੂੰ ਕਹਿ ਸਕਦੇ ਹਾਂ ਪੇ ਫੀ ਆਫਟਰ ਵੀਜ਼ਾ? ਬੱਚਾ ਆਪਣੀ ਫੀ ਪੇ ਕਰੇ। ਬੱਚਾ ਕੋਈ ਹੌਲੀਡੇ ਪੈਕੇਜ ਨਹੀਂ ਲੈ ਰਿਹਾ ਐਜੂਕੇਸ਼ਨ ਦੇ ਲਈ ਕੈਨੇਡਾ ਦੇ ਵਿੱਚ। ਪਰ ਜਿਹੜੇ ਕਹਿੰਦੇ ਨੇ ਫਿਰ ਉਹ ਕਿਸ ਤਰ੍ਹਾਂ ਹੋ ਜਾਂਦਾ? ਸਰ ਉਹ ਫਿਰ ਪ੍ਰਾਈਵੇਟ ਕਾਲਜਿਸ ਨੇ, ਕਿਉਂਕਿ ਪਬਲਿਕ ਕਾਲਜਿਸ ਜਿਹੜੇ ਨੇ ਉਹ ਤਾਂ ਫੀਸ ਪਹਿਲਾਂ ਹੀ ਲੈਂਦੇ ਨੇ, ਤਾਂ ਹੀ ਉਹ ਕਨਫਰਮੇਸ਼ਨ ਦਿੰਦੇ ਨੇ। ਮੋਟਾ ਕਮਿਸ਼ਨ ਹੈ ਪ੍ਰਾਈਵੇਟ ਕਾਲਜਿਸ? ਡੈਫੀਨੇਟਲੀ ਹੋਏਗਾ। ਤੁਸੀਂ ਭੇਜਦੇ ਹੋ ਪ੍ਰਾਈਵੇਟ ਕਾਲਜਿਸ? ਮੈਂ ਕਿਉਂਕਿ ਪ੍ਰਾਈਵੇਟ ਕਾਲਜਿਸ ਦਾ ਕੈਨੇਡਾ ਦਾ ਇਹ ਸਿਸਟਮ ਹੈ ਕਿ ਉਹ ਵਰਕ ਪਰਮਿਟ ਨਹੀਂ ਮਿਲਦਾ। ਸੋ ਮੈਂ ਬਲੀਵ ਕਰਦੀ ਹਾਂ ਕਿ ਬੱਚੇ ਨੂੰ ਪਬਲਿਕ ਕਾਲਜ ਭੇਜਿਆ ਜਾਵੇ। ਬੱਚੇ ਦੇ ਫਿਊਚਰ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਕਰਨਾ। ਕਿਉਂਕਿ ਤਾਂ ਬਹੁਤ ਰੌਲਾ ਪਿਆ ਹੈਗਾ ਹੁਣ, ਨਵੇਂ ਜਿਹੜੇ ਰੂਲ ਰੈਗੂਲੇਸ਼ਨ ਆਏ ਨੇ ਕਿ ਸੈਪਟੰਬਰ 23 ਤੋਂ ਵਰਕ ਵੀਜ਼ਾ ਨਹੀਂ ਮਿਲਣਾ ਹੈਗਾ। ਕਿਊਬਿਕ ਦਾ ਕੰਮ ਕਰਦੇ ਹੋ ਤੁਸੀਂ? ਮੈਂ ਨਹੀਂ ਕੀਤਾ, ਬਹੁਤ ਘੱਟ, 1-2 ਬੱਚੇ ਬਹੁਤ ਪਹਿਲਾਂ ਭੇਜੇ ਸੀ, ਹੁਣ ਨਹੀਂ ਅਸੀਂ ਕਰੀਦਾ। ਕਿਉਂਕਿ ਜਦੋਂ 10 ਕਾਲਜਿਸ ਬੰਦ ਵੀ ਹੋਏ ਉਦੋਂ ਵੀ ਅਸੀਂ ਜਿਹੜੇ ਕਾਲਜਿਸ ਕੀਤੇ ਨੇ ਉਹ ਇਸ ਲਿਸਟ ਵਿੱਚ ਨਹੀਂ ਸੀ। ਸਾਡਾ ਇੱਕ ਵੀ ਬੱਚਾ ਖਰਾਬ ਨਹੀਂ ਹੋਇਆ। ਕਈ ਇਮੀਗ੍ਰੇਸ਼ਨ ਵਾਲਿਆਂ ਦਾ ਬਹੁਤ ਰੌਲਾ ਪਿਆ ਇਸ ਗੱਲੋਂ ਕਿ ਫੀਸ ਵਾਪਸ ਨਹੀਂ ਹੋ ਰਹੀ, ਹਾਲਾਂਕਿ ਕਾਲਜ ਸਟੱਡੀ ਪਲੱਸ ਦਾ ਬੱਚਾ ਸੀ ਤੇ ਉਹ ਕਿਊਬਿਕ ਜਾ ਕੇ ਖਰਾਬ ਹੋਇਆ। ਸੋ ਇਦਾਂ ਨਹੀਂ ਹੈ ਕਿ ਕਿਊਬਿਕ ਕੋਈ ਮਾੜੀ ਪ੍ਰੋਵਿੰਸ ਹੈ। ਡੈਫੀਨੇਟਲੀ ਪਬਲਿਕ ਕਾਲਜਿਸ 'ਚ ਭੇਜੋ ਜਿੱਥੇ ਬੱਚੇ ਨੂੰ ਵਰਕ ਪਰਮਿਟ ਮਿਲਣਾ, ਕਿਉਂਕਿ ਬੱਚੇ ਲਈ ਵਰਕ ਪਰਮਿਟ ਬਹੁਤ ਜ਼ਰੂਰੀ ਹੈ। ਉਹਨੂੰ ਉਹ 2 ਸਾਲ ਪੜ੍ਹ ਕੇ ਜੇ ਬੱਚਾ ਉੱਥੇ ਹੀ ਖੜਾ, ਉਹਦੇ ਕੋਲ ਵਰਕ ਪਰਮਿਟ ਨਹੀਂ, ਉਹ ਕਿੱਥੇ ਜਾਏਗਾ? ਪ੍ਰੋਵਿੰਸ ਬਦਲੇਗਾ ਜਾਂ ਫਰਦਰ ਫੇਰ ਪੜ੍ਹੇਗਾ, ਔਰ ਫੋਰਨ ਐਜੂਕੇਸ਼ਨ ਦੀ ਕਿੰਨਾ ਜ਼ਿਆਦਾ ਐਕਸਪੈਂਡੀਚਰ ਹੈ ਉਹ ਕਿੱਦਾਂ ਬੀਅਰ ਕਰੇਗਾ? ਸੋ ਪੜ੍ਹਨਾ ਔਰ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸੋ ਅਸੀਂ ਬੱਚਿਆਂ ਨੂੰ ਇਹੀ ਕਹੀਦਾ ਕਿ ਜੇ ਤੁਹਾਡੇ ਪ੍ਰੋਫਾਈਲ 'ਚ ਕੋਈ ਕਮੀ ਹੈ ਉਹਨੂੰ ਜਾਂ ਇੰਪਰੂਵ ਕਰੋ। ਮੇਰੇ ਕੋਲ ਕਈ ਵਾਰੀ ਬੱਚਿਆਂ ਦੇ ਮੈਮ ਲਾ ਦਿਓ 5.5 ਤੇ ਮੇਰੇ ਕੋਲ ਆਇਲ ਸੈਂਟਰ ਵੀ ਹੈ, ਮੇਰਾ ਬਹੁਤ ਮੇਰੇ ਟੀਚਰ ਟ੍ਰੇਨਡ ਨੇ। ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਤੂੰ ਇੱਕ ਵਾਰੀ ਆਇਲਸ ਦੁਆਰਾ ਦੇ, ਆਇਲਸ ਰਿਪੀਟ ਕਰ, ਤੇਰਾ SDS ਕੈਟੇਗਰੀ 'ਚ ਵੀਜ਼ਾ ਲਗਾਵਾਂਗੇ, ਚਾਂਸਿਸ ਸਕਸੈਸ ਦੇ ਚਾਂਸਿਸ ਵੱਧ ਜਾਂਦੇ ਨੇ। ਤਾਂ ਡੈਫੀਨੇਟਲੀ ਕੁਝ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਸਾਡਾ ਕੰਮ ਕਰਨ ਦਾ ਢੰਗ ਥੋੜ੍ਹੇ ਦੂਸਰਿਆਂ ਨਾਲੋਂ ਡਿਫਰੈਂਟ ਹੈ। ਤੁਹਾਡਾ ਮੈਨੂੰ ਲੱਗਦਾ ਜ਼ਿਆਦਾ ਇਹ ਹੈਗਾ ਕਿ ਬੱਚੇ ਦਾ ਉਹਦਾ ਫਿਊਚਰ ਕਿਵੇਂ ਦਾ ਬ੍ਰਾਈਟ ਹੋਵੇ, ਉਹਦਾ ਵੀਜ਼ਾ ਜ਼ਰੂਰ ਲੱਗੇ। ਡੈਫੀਨੇਟਲੀ ਜਦੋਂ ਬੱਚੇ ਉੱਥੋਂ ਮੈਨੂੰ ਫੋਨ ਕਰਦੇ ਨੇ ਕਿ ਮੈਮ ਕਾਲਜ ਬਹੁਤ ਅੱਛਾ ਹੈ, ਮੈਮ ਮੈਂ ਬਹੁਤ ਕੁਝ ਲਰਨ ਕੀਤਾ, ਅੱਜ ਮੈਂ ਇਹ ਬਣ ਗਿਆ। ਸੋ ਇਹੀ ਸਾਡੀ ਅਰਨਿੰਗ ਹੈ। ਤੁਸੀਂ ਜਿੱਦਾਂ ਮੈਨੂੰ ਕਿਹਾ ਵੀ ਤੁਸੀਂ 30-35 ਹਜ਼ਾਰ ਦੀ ਫੀਸ ਤੇ ਹੀ ਬਿਲੀਵ ਕਰਦੇ ਹੋ ਕਿ ਬੱਚਿਆਂ ਤੇ, ਜੋ ਬੱਚੇ ਜਦੋਂ ਮੈਨੂੰ ਕੰਪਲੀਮੈਂਟ ਕਰਦੇ ਨੇ, ਕਈ ਵਾਰੀ ਕਹਿੰਦੇ ਨੇ ਕਿ ਮੈਮ ਮੇਰੇ ਲਈ ਲਾਈਫ ਸਟੇਕ ਵੀਜ਼ਾ ਸੀ, ਯੂ ਆਰ ਜੀਨੀਅਸ, ਅੱਜ ਮੇਰਾ ਡ੍ਰੀਮ ਫੁਲਫਿਲ ਹੋ ਗਿਆ। ਵੀਡੀਓ ਜਿਨ੍ਹਾਂ ਨੇ ਦੇਖਣੀ ਹੈ, ਤੁਹਾਡੇ ਸਟੂਡੈਂਟਸ ਨੇ ਵੀ ਦੇਖਣੀ ਹੈ, ਨੀਚੇ ਕਮੈਂਟਸ ਵੀ ਫਿਰ ਆ ਜਾਂਦੇ ਹੁੰਦੇ ਨੇ ਡੈਫੀਨੇਟਲੀ ਸਾਡੇ ਨਾਲ ਇਦਾਂ ਹੋਇਆ ਜੀ, ਸਾਡੇ ਨਾਲ ਉਦਾਂ ਹੋਇਆ, ਉਹ ਦੱਸ ਦਿੰਦੇ ਨੇ ਲੋਕ। ਨਹੀਂ, ਅਸੀਂ ਜੈਨੂਇਨ ਕੰਮ ਕਰੀਦਾ ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚਿਆਂ ਨੂੰ ਅਸੀਂ ਪ੍ਰੋਪਰਲੀ ਸਹੀ ਗਾਈਡੈਂਸ ਦਈਏ। ਇਹ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈਗੀ ਹੈ। ਪੈਸੇ ਜਿਹੜੇ ਨੇ ਕਮਾਉਣੇ ਜ਼ਰੂਰੀ ਵੀ ਨੇ, ਪਰ ਪੈਸੇ ਕਿਸ ਢੰਗ ਨਾਲ ਕਮਾਏ ਜਾਣ ਇਹ ਬਹੁਤ ਦੇਖਣ ਵਾਲੀ ਗੱਲ ਹੈ, ਬਹੁਤ ਜ਼ਰੂਰੀ ਹੈ। ਔਰ ਇਹ ਮੇਰੀ ਆਪਣੀ ਪਰਸਨਲ ਮੇਰੀ ਇੰਟਿਊਸ਼ਨ ਹੈ ਜਾਂ ਪਰਸਨਲ ਮੇਰੀ ਫੀਲਿੰਗ ਹੈ ਕਿ ਅਸੀਂ ਕਿਸੇ ਵੀ ਬੱਚੇ ਦਾ ਫਿਊਚਰ ਨਾਲ ਨਾ ਖਿਲਵਾੜ ਕਰੀਏ, ਕਿਉਂਕਿ ਇਹ ਚੀਜ਼ਾਂ ਸਾਡੀ ਇੰਡਸਟਰੀ ਨੂੰ ਵੀ ਬੈਡ ਇੰਪੈਕਟ ਇਸੇ ਕਰਕੇ ਹੀ ਪੈਂਦਾ ਹੈ। ਪਰ ਬਹੁਤ ਸਾਰੇ ਕੰਸਲਟੈਂਟ ਨੇ ਕਿ ਸ਼ਾਰਟ ਟਰਮ ਕੋਰਸਿਸ ਆਜੋ ਭੇਜਦੇ ਆ, ਉਹਨਾਂ ਦਾ ਕੀ ਉੱਥੇ ਫਿਊਚਰ ਹੈਗਾ? ਨਹੀਂ ਫਿਊਚਰ ਹੈ, ਕਿਉਂਕਿ ਅਲਟੀਮੇਟਲੀ ਬੱਚਾ ਜਿੱਦਾਂ 1 ਈਅਰ ਦੇ ਕੋਰਸ 'ਚ ਜਾਂਦਾ ਹੈ ਤੇ 1 ਈਅਰ ਦਾ ਉਹਨੂੰ ਵਰਕ ਪਰਮਿਟ ਮਿਲਦਾ ਜੇ ਪਬਲਿਕ ਕਾਲਜ ਗਿਆ, ਤੇ ਯੂਜੂਅਲੀ 1 ਈਅਰ 'ਚ ਆਪਣੀ PR ਫਾਈਲ ਕਰਨ ਦੇ ਲਈ ਐਲੀਜੀਬਲ ਨਹੀਂ ਹੁੰਦਾ। ਸੁਨਹਿਰੀ ਮੌਕਾ ਆ ਜਾਓ। ਸਰ ਮੈਨੂੰ ਇਦਾਂ ਦੇ ਸੁਨਹਿਰੀ ਮੌਕੇ ਨਹੀਂ ਪੇਸ਼ ਕਰਨੇ ਆਉਂਦੇ, ਸੋ ਮੈਂ ਇਹਦੇ ਲਈ ਬਹੁਤ ਸੌਰੀ ਹਾਂ। ਪਰ ਮੈਨੂੰ ਇਹ ਜ਼ਰੂਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੱਚਾ ਜਾਏ, ਵਰਕ ਪਰਮਿਟ ਔਰ ਜਿਸ ਡ੍ਰੀਮ ਨਾਲ ਉਹ ਜਾ ਰਿਹਾ ਉਹ ਉਹਦਾ ਫੁਲਫਿਲ ਜ਼ਰੂਰ ਹੋ। ਅੱਛਾ, ਕੈਨੇਡਾ US ਦੀ ਗੱਲ ਕੀਤੀ ਹੈ, UK ਦਾ ਕੀ ਹੈਗਾ ਰੁਝਾਨ ਇਸ ਵੇਲੇ? UK ਦਾ ਬਹੁਤ ਅੱਛਾ ਸਕਸੈਸ ਰੇਟ ਚੱਲ ਰਿਹਾ ਹੈ, ਅਗਰ UK ਨੂੰ ਵੀ ਪ੍ਰੋਪਰਲੀ ਆਪਾਂ ਡੀਲ ਕੀਤਾ ਜਾਵੇ। ਹੁਣ ਕਈ ਬਹੁਤ ਰੌਲਾ ਪਾਉਂਦੇ ਨੇ ਕਿ ਕੈਸ਼ ਦੀ ਕਾਲਜਿਸ ਅਗਰ ਇੰਟਰਵਿਊ ਦਿੰਦੇ, ਮੈਂ ਬੱਚਿਆਂ ਨੂੰ ਕਹਿੰਦੀ ਹਾਂ ਜ਼ਰੂਰ ਇੰਟਰਵਿਊ ਆ ਹੈ ਤਾਂ ਬਹੁਤ ਅੱਛੀ ਗੱਲ ਹੈ। ਉਹ ਇੰਟਰਵਿਊ ਰਾਦਰ ਤੁਹਾਨੂੰ ਪ੍ਰਿਪੇਅਰ ਕਰਦੀ ਹੈ ਕਿ ਕੱਲ ਨੂੰ ਅੰਬੈਸੀ ਦਾ ਮੂਡ ਹੈ, ਅੰਬੈਸੀ ਇੰਟਰਵਿਊ ਲਵੇ ਨਾ ਲਵੇ, ਉਹ ਤੇ ਪੋਸੀਬਿਲਿਟੀ ਜੋ ਵੀ ਹੈ ਬੱਚੇ ਦੀ, ਇੱਕ ਬੱਚੇ ਦੀ ਇੰਨੀ ਅੱਛੀ ਤਿਆਰੀ ਹੋ ਜਾਂਦੀ ਹੈ। ਕਿਉਂਕਿ UK ਦੀ ਇੰਟਰਵਿਊ ਇਜ਼
ਕਰੈਕ ਕਰਨਾ ਕੋਈ ਟਫ ਨਹੀਂ ਹੈ ਜੇ ਬੱਚੇ ਨੂੰ ਪ੍ਰੋਪਰਲੀ ਪ੍ਰਿਪੇਅਰ ਕੀਤਾ ਯੂਕੇ ਜਾਏ। ਤਾਂ ਸਪਾਊਸ ਵੀਜ਼ਾ ਵੀ ਹੈ। ਬਿਲਕੁਲ ਹੈ, ਪਰ ਆਫਟਰ 12th ਨਹੀਂ। ਅਗਰ ਬੱਚਾ ਅੰਡਰ ਗ੍ਰੈਡ ਲਈ ਜਾ ਰਿਹਾ ਤੇ ਸਪਾਊਸ ਨਹੀਂ ਜਾਏਗਾ, ਜੇ ਬੱਚਾ ਪੋਸਟ ਗ੍ਰੈਡ ਲਈ ਜਾ ਰਿਹਾ ਤੇ ਸਪਾਊਸ ਨਾਲ ਜਾਏਗਾ। ਇੱਥੇ ਫੰਡਸ ਤਾਂ ਕੀ ਹੈਗਾ? ਫੰਡਸ ਸ਼ੋ ਕਰਨੇ ਪੈਂਦੇ ਨੇ, 28 ਡੇਜ਼ 올ਡ ਫੰਡਸ ਚਾਹੀਦੇ ਨੇ। ਜੀ ਜੀ ਜੀ। ਹਾਂਜੀ। ਤੇ ਫੀਸ ਸਟਰਕਚਰ ਕਿੰਨਾ ਡਿਫਰੈਂਸ ਹੈ? ਫੀਸ ਸਟਰਕਚਰ ਦੇਖੋ, ਯੂਕੇ ਦੇ ਵਿੱਚ ਤੁਸੀਂ ਵੀਜ਼ਾ ਲੈਣਾ, ਤੁਸੀਂ 50% ਤੋਂ ਲੈ ਕੇ 100% ਵੀ ਫੀਸ ਪੇ ਕਰਕੇ ਜਾ ਸਕਦੇ ਹੋ। ਲਿਵਿੰਗ ਤੁਹਾਨੂੰ ਆਪਣੇ ਫੰਡਸ ਦੇ ਵਿੱਚ ਡੈਫੀਨੇਟਲੀ ਸ਼ੋ ਕਰਨੀ ਪਏਗੀ। ਕੈਨੇਡਾ ਦੇ ਵਿੱਚ ਮੈਂ ਉਹੀ ਗੱਲ ਕੀਤੀ, ਕੈਨੇਡਾ 'ਚ ਲਿਵਿੰਗ ਪਹਿਲਾਂ ਜਾਂਦੀ ਹੈ, ਇਹਦੇ ਵਿੱਚ ਸਾਨੂੰ ਲਿਵਿੰਗ ਸ਼ੋ ਕਰਨੀ ਪੈਂਦੀ ਹੈ। ਦੈਟ ਸ਼ੁੱਡ ਬੀ 28 ਡੇਜ਼। ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਗੱਲ ਸਾਹਮਣੇ ਆਈ ਮੀਡੀਆ ਨਿਊਜ਼ ਦੇ ਵਿੱਚ ਵੀ ਜਾਂ ਕੰਸਲਟੈਂਟ ਵੱਲੋਂ ਵੀ ਕਿ ਆਸਟ੍ਰੇਲੀਆ ਜਿਹੜਾ ਹੈ ਈਜ਼ੀ ਹੋ ਗਿਆ ਵੀਜ਼ਾ, ਥੋੜਾ ਜਿਹਾ ਬੜੀ ਆਸਟ੍ਰੇਲੀਆ ਖੁੱਲ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ। ਚਲੋ ਉਹਨਾਂ ਨੇ ਈਜ਼ੀ ਕੀਤਾ ਸੀਗਾ ਵੀਜ਼ਾ, ਉੱਥੇ ਹੁਣ ਸਟੂਡੈਂਟ ਜਾ ਰਹੇ ਨੇ, ਸਟੂਡੈਂਟ ਜਾ ਰਹੇ ਨੇ, ਡੈਫੀਨੇਟਲੀ ਜਾ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਰੀਸੈਂਟ ਪਾਸ ਆਊਟ ਮੰਗ ਰਹੇ ਨੇ। ਰੀਸੈਂਟ ਪਾਸ ਆਊਟ ਬੱਚਾ ਹੈ, ਪਰਸੈਂਟੇਜ ਠੀਕ ਹੈ, IELTS 6 ਓਵਰਆਲ ਹੈ, ਤੇ ਬੱਚਾ ਡੈਫੀਨੇਟਲੀ ਆਸਟ੍ਰੇਲੀਆ ਦਾ ਵੀਜ਼ਾ ਟਰਾਈ ਕਰੇ। ਆਸਟ੍ਰੇਲੀਆ ਲਈ ਫੰਡਸ ਰਿਕੁਆਇਰਮੈਂਟ ਨੇ, ਤੇ ਬੱਚੇ ਨੂੰ ਆਪਣੀਆਂ ਪ੍ਰੋਪਰ ਫੰਡਸ ਰਿਕੁਆਇਰਮੈਂਟ ਜੋ ਅੰਬੈਸੀ ਮੰਗਦੀ ਹੈ, ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦੀ ਹਾਂ ਜੋ GT ਰਿਕੁਆਇਰਮੈਂਟਸ ਨੇ ਉਹ ਕੰਪਲੀਟ ਕਰੋ ਡੈਫੀਨੇਟਲੀ। ਕਈ ਵਾਰੀ ਬਹੁਤ ਸਾਰੀਆਂ ਫੈਮਿਲੀਜ਼ ਅਲੱਗ-ਅਲੱਗ ਨੇ, ਕੋਈ ਮਤਲਬ ਕਿਸੇ ਕੋਲੇ ਪੈਸੇ ਹੈਗੇ ਨੇ, ਕਿਸੇ ਕੋਲੇ ਨਹੀਂ ਹੈਗੇ, ਤਾਂ ਫਿਰ ਤੁਸੀਂ ਮੰਨ ਲਓ ਕੈਨੇਡਾ ਹੈ, ਉੱਥੇ 20 ਲੱਖ ਰੁਪਏ ਦੇ ਫੰਡਸ ਜਿਹੜੇ ਚਾਹੀਦੇ ਨੇ ਅਪਰੋਕਸੀਮੇਟਲੀ। ਜੇ ਕੋਈ ਹੋਰ ਦੇਸ਼ ਵੀ ਹੈਗੇ ਨੇ ਜਿਨ੍ਹਾਂ 'ਚ ਘੱਟ ਪੈਸਿਆਂ ਦੇ ਨਾਲ ਵੀ ਜਾਇਆ ਜਾ ਸਕਦਾ ਹੈ? ਡੈਫੀਨੇਟਲੀ ਘੱਟ ਪੈਸਿਆਂ ਦੇ ਨਾਲ। ਹੁਣ ਜਿੱਦਾਂ ਮੈਂ USA ਦੀ ਗੱਲ ਕੀਤੀ ਹੈ, ਔਨ ਦਾ ਸਪੌਟ ਜਿੱਦਾਂ 15-16 ਲੱਖ ਰੁਪਇਆ ਜਾਂ 20 ਲੱਖ ਰੁਪਇਆ ਨਹੀਂ ਹੈ, ਤੇ USA ਬੱਚਾ 6 ਤੋਂ 7 ਲੱਖ ਦੇ ਵਿੱਚ ਵੀ ਜਾ ਸਕਦਾ ਹੈ, ਸਾਰਾ ਕੁਝ ਪਾ ਕੇ। ਕਿਉਂਕਿ ਇਹ ਬਹੁਤ ਵੱਡਾ ਡਿਫਰੈਂਸ ਹੈ। ਕਿਉਂਕਿ ਬੱਚੇ ਨੂੰ ਹੁੰਦਾ ਕਿ ਚਲੋ ਮੈਂ ਚਲਾ ਜਾਵਾਂਗਾ, ਕੰਮ ਕਰਾਂਗਾ, ਉਸ ਕੰਮ ਦੇ ਨਾਲ ਮੈਂ ਆਪਣੀ ਫੀਸ ਕੱਢ ਸਕਦਾ। ਵਰਕ ਵੀਜ਼ਾ ਉੱਥੇ ਨਾਲ ਹੈਗਾ? ਹਾਂਜੀ, 20 ਆਵਰਸ ਦਾ ਵਰਕ ਵੀਜ਼ਾ ਹੈ ਵਿਦ ਦਾ ਪਰਮਿਸ਼ਨ। ਬਿਲਕੁਲ ਮਿਲਦਾ। ਮਤਲਬ ਜੇ ਕਿਸੇ ਕੋਲੇ ਕੈਨੇਡਾ ਜਾਣ ਲਈ ਸਫੀਸ਼ੀਐਂਟ ਫੰਡਸ ਨਹੀਂ ਹੈਗੇ ਤਾਂ ਉਹ US ਵੀ ਟਰਾਈ ਕਰ ਸਕਦਾ ਹੈ। USA ਟਰਾਈ ਕਰ ਸਕਦਾ ਹੈ, ਡੈਫੀਨੇਟਲੀ USA ਟਰਾਈ ਕਰ ਸਕਦਾ ਹੈ। ਨਿਊਜ਼ੀਲੈਂਡ ਦਾ ਵੀ ਹੈ, ਕਿਉਂਕਿ ਜਦੋਂ ਸ਼ੁਰੂਆਤ ਹੋਈ ਤਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਹੋਈ, ਹੁਣ ਨਿਊਜ਼ੀਲੈਂਡ ਦਾ ਕੁਝ ਆ ਰਿਹਾ ਕਿ ਸਟੂਡੈਂਟ ਜਾ ਸਕਦੇ? ਹਾਂਜੀ, ਬਿਲਕੁਲ ਜਾ ਸਕਦੇ ਨੇ। ਨਿਊਜ਼ੀਲੈਂਡ ਨੇ ਹੁਣ ਆਪਣੇ ਬਾਰਡਰਸ ਓਪਨ ਕੀਤੇ ਨੇ, ਕੁਝ ਗਾਈਡਲਾਈਨਸ ਨੇ। ਬੇਸਿਕਲੀ ਉਹਨਾਂ ਨੇ ਆਪਣੀ ਗ੍ਰੀਨ ਲਿਸਟ ਕੋਰਸਿਸ ਦੀ ਇਸ਼ੂ ਕੀਤੀ ਹੈ ਕਿ ਜਿਹੜਾ ਬੱਚਾ ਇਸ ਕੋਰਸਿਸ ਦੇ ਵਿੱਚ ਪੜ੍ਹਨ ਲਈ ਸਾਡੇ ਕੋਲ ਆਉਂਦਾ ਹੈ ਤਾਂ ਉਹਨੂੰ ਡੈਫੀਨੇਟਲੀ PR ਈਜ਼ੀ ਹੋਏਗੀ। ਜਿਹੜੇ ਕੋਰਸਿਸ ਨੇ ਉਹ ਪਾਥਵੇ ਟੂ ਰੈਜ਼ੀਡੈਂਸੀ ਨੇ। ਸੋ ਅਸੀਂ ਜਿਹੜਾ ਕੰਮ ਕਰੀਦਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਇਮੀਗ੍ਰੇਸ਼ਨ ਲਾਇਸੈਂਸਡ ਐਡਵਾਈਜ਼ਰ ਦੇ ਨਾਲ ਮਿਲ ਕੇ ਕਰੀਦਾ। ਜਿਹੜੀ ਬੱਚੇ ਦੀ ਫਾਈਲ ਹੋਏਗੀ ਉਹ ਨਿਊਜ਼ੀਲੈਂਡ ਤੋਂ ਹੀ ਲੱਗੇਗੀ। ਔਰ ਸਾਡਾ ਨਿਊਜ਼ੀਲੈਂਡ ਦਾ ਤਾਂ ਵੈਸੇ ਹੀ ਸਕਸੈਸ ਰੇਟ ਬਹੁਤ ਪਹਿਲਾਂ ਬਹੁਤ ਅੱਛਾ ਜਾ ਰਿਹਾ ਸੀ। ਹਾਂਜੀ, ਸਾਡੇ ਪਾਰਟਨਰਸ਼ਿਪ ਹੈ ਨਿਊਜ਼ੀਲੈਂਡ 'ਚ। ਮੇਰੇ ਪਾਰਟਨਰ ਨੇ ਮਿਸਟਰ ਤਰੁਣ ਅਰੋੜਾ। ਥੋੜਾ ਸੌਖਾ ਹੋ ਜਾਂਦਾ? ਹਾਂਜੀ, ਬਿਲਕੁਲ ਡੈਫੀਨੇਟਲੀ। ਉਹ ਕਿਉਂਕਿ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਨੇ, ਤੇ ਡੈਫੀਨੇਟਲੀ ਗਾਈਡਲਾਈਨਸ ਉਹਨਾਂ ਨੂੰ ਪ੍ਰੋਪਰਲੀ ਪਤਾ ਹੁੰਦੀਆਂ ਨੇ। ਫਿਰ ਉਹਨਾਂ ਨੂੰ ਅਪਰੂਵਲ ਦਾ ਬਹੁਤ ਹੁੰਦਾ, ਕਿਉਂਕਿ ਨਿਊਜ਼ੀਲੈਂਡ ਇੱਕ ਐਸੀ ਕੰਟਰੀ ਹੈ ਜੋ ਇੱਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਅਪਰੂਵਲਸ ਰੇਟ ਦੇਖਦੀ ਹੈ। ਠੀਕ ਹੈ। ਤੇ ਜਿਸ ਢੰਗ ਦੇ ਨਾਲ ਅਸੀਂ ਗੱਲ ਕਰਦੇ ਹਾਂ ਸਟੂਡੈਂਟਸ ਦੇ ਕੋਰਸ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਸਟੂਡੈਂਟ ਅਸੀਂ ਇਹ ਵੀ ਦੇਖੇ ਨੇ ਕਿ ਇੱਕ ਪ੍ਰੋਵਿੰਸ ਤੋਂ ਫਿਰ ਦੂਜੇ ਪ੍ਰੋਵਿੰਸ ਜਾਂਦੇ ਨੇ PR ਦੇ, ਜਿੱਥੇ ਪੁਆਇੰਟਸ ਘੱਟ ਹੋਣ। ਉਹ ਕਿਉਂ ਜਾਣਾ ਪੈਂਦਾ ਸਟੂਡੈਂਟਸ ਨੂੰ? ਸਮ ਟਾਈਮ ਜਿੱਦਾਂ ਬੱਚੇ ਦੇ ਯੂਜੂਅਲੀ ਇੱਕ ਪ੍ਰੋਪਰ ਇੱਕ ਗਾਈਡਲਾਈਨਸ ਨੇ। ਜੇ ਬੱਚਾ ਪੜ੍ਹਨ ਗਿਆ ਤੇ ਵਰਕ ਵੀ ਉਹਦੇ ਰਿਲੇਟਿਡ ਕਰੇ ਤੇ PR ਉਹਦੀ ਕਿਸੇ ਪ੍ਰੋਵਿੰਸ 'ਚ ਵੀ ਹੋ ਜਾਂਦੀ ਹੈ। ਕਈ ਵਾਰੀ ਕਈ ਬੱਚੇ ਛੋਟੀਆਂ ਗਲਤੀਆਂ ਕਰ ਜਾਂਦੇ ਨੇ, ਸਟੱਡੀ ਨਹੀਂ ਕੰਪਲੀਟ ਕਰਦੇ, ਜਾਂ ਕਈ ਵਾਰੀ ਆਪਣਾ ਜੋ ਰਿਲੇਟਿਡ ਵਰਕ ਹੈ ਨਹੀਂ ਕਰਦੇ। ਮੈਂ ਬੱਚੇ ਜਦੋਂ ਮੇਰੇ ਕੋਲ ਕਾਉਂਸਲਿੰਗ ਲਈ ਆਉਂਦੇ ਨੇ, ਮੈਂ ਹਮੇਸ਼ਾ ਉਹਨਾਂ ਨੂੰ ਗਾਈਡ ਕਰਦੀ ਹਾਂ ਕਿ ਬੱਚੇ ਤੁਸੀਂ ਪੜ੍ਹਨ ਜਾ ਰਹੇ ਹੋ, ਤੁਹਾਨੂੰ ਸਟੂਡੈਂਟ ਵੀਜ਼ਾ ਮਿਲਿਆ, ਸੋ ਫਸਟ ਕਨਸੈਂਟਰੇਟ ਕਰੋ 2 ਸਾਲ ਆਪਣੀ ਪੜ੍ਹਾਈ ਲਈ। ਦੈਨ ਜੋ ਵਰਕ ਹੈਗਾ ਅਕੋਰਡਿੰਗ ਜੋ ਤੁਹਾਡੀ ਸਟੱਡੀ ਹੈ। ਜੇ ਕੋਈ ਹੈਲਥ ਕੇਅਰ ਦੇ ਪ੍ਰੋਗਰਾਮ 'ਚ ਗਿਆ ਹੈ ਬੱਚਾ ਤੇ ਹੈਲਥ ਕੇਅਰ ਦੇ ਰਿਲੇਟਿਡ ਜੌਬ ਕਰੇਗਾ ਤਾਂ ਉਹਨੂੰ PR ਦੇ ਲਈ ਉਹਦੇ ਪੁਆਇੰਟ ਛੇਤੀ ਬਣਨਗੇ। ਸੋ ਇਹ ਛੋਟੀਆਂ ਚੀਜ਼ਾਂ ਹੁੰਦੀਆਂ ਜੋ ਬੱਚੇ ਨੂੰ ਅਸੀਂ ਸਮਝਾ ਕੇ ਭੇਜਦੇ ਹਾਂ, ਤੇ ਉਹ ਬੱਚੇ ਮੈਨੂੰ ਨਹੀਂ ਲੱਗਦਾ ਖਰਾਬ ਹੁੰਦੇ ਹੋਣਗੇ। ਉਹਨਾਂ ਨੂੰ ਪ੍ਰੋਵਿੰਸ ਚੇਂਜ ਕਰਨ ਦੀ ਜ਼ਰੂਰਤ ਪਏਗੀ। ਤੁਹਾਡੇ ਜਿਸ ਤਰ੍ਹਾਂ ਅਸੀਂ ਨੰਬਰ ਡਿਸਪਲੇ ਚਲਾ ਰਹੇ ਹਾਂ, ਇਹਦੇ ਤੇ ਕੰਟੈਕਟ ਕਰ ਸਕਦੇ ਨੇ ਲੋਕ ਤੁਹਾਨੂੰ, ਜਿਨ੍ਹਾਂ ਦੀ ਕੁਆਰੀਜ਼ ਹੋਣ ਤੁਹਾਡੇ ਤੱਕ? ਫਿਰ ਕਿਸ ਦਿਨ ਬੈਠਦੇ ਹੋ? ਕਿੱਥੇ ਆਫਿਸ ਨੇ ਤੁਹਾਡੇ? ਮੇਰਾ ਆਫਿਸ ਮੇਨਲੀ ਜਲੰਧਰ ਹੀ ਹੈ, ਔਰ ਮੈਂ ਰੈਗੂਲਰਲੀ ਪੂਰੇ 6 ਡੇਜ਼ ਆ ਵੀਕ ਬੈਠਦੀ ਹਾਂ, ਔਰ ਪ੍ਰੋਪਰ ਸਾਰੀਆਂ ਅਸੀਂ ਕਾਲਸ ਪਰ ਬੱਚੇ ਦੀ ਕੁਐਰੀ ਨੂੰ ਸੋਲਵ ਕੀਤਾ ਜਾਂਦਾ। ਤੇ ਅਪਾਇੰਟਮੈਂਟ ਲੈ ਕੇ ਆਉਣ ਤੁਹਾਡੇ ਕੋਲੇ? ਡਾਕੂਮੈਂਟਸ? ਬਿਲਕੁਲ, ਡੈਫੀਨੇਟਲੀ ਡਾਕੂਮੈਂਟਸ ਲੈ ਕੇ ਆਉਣ। ਇਹੀ ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਡਾਕੂਮੈਂਟਸ ਲੈ ਕੇ ਆਓਗੇ, ਔਨ ਦਾ ਸਪੌਟ ਅਸੈਸਮੈਂਟ ਕਰਕੇ ਹੀ ਤੁਹਾਨੂੰ ਡਿਸਾਈਡ ਕੀਤਾ ਜਾਏਗਾ ਕਿ ਤੁਹਾਡੇ ਲਈ ਕਿਹੜੀ ਕੰਟਰੀ ਹੈ ਜਿੱਥੇ ਤੁਸੀਂ ਜਾ ਸਕਦੇ ਹੋ। ਮੈਂ ਹਮੇਸ਼ਾ ਪੁੱਛਦਾ ਜਿਹੜੇ ਕੰਸਲਟੈਂਟ ਆਉਂਦੇ ਨੇ ਕਿ ਕੰਸਲਟੈਂਟ ਦਾ ਬਹੁਤ ਨੇ, ਬੋਰਡ ਬਹੁਤ ਲੱਗੇ ਹੋਏ ਨੇ, ਲੁਧਿਆਣੇ ਤੋਂ ਚੰਡੀਗੜ੍ਹ ਤੱਕ ਹਰ ਪਾਸੇ ਤੁਸੀਂ ਐਡਵਰਟੀਜ਼ਮੈਂਟ ਦੇਖਦੇ ਹੋ, ਇੰਸਟਾ ਤੇ, ਫੇਸਬੁੱਕ ਤੇ, ਸੈਮੀਨਾਰ, ਵੈਬੀਨਾਰ, ਬਹੁਤ ਕੁਝ ਹੁੰਦਾ ਹੈ।
ਜਦੋਂ ਹੁਣ ਇੱਕ ਚੋਣ ਕਰਨੀ ਆ ਸਟੂਡੈਂਟ ਨੇ ਕਿ ਮੈਂ ਕਿਹੜੇ ਕੰਸਲਟੈਂਟ ਕੋਲ ਜਾਵਾਂ, ਫਿਰ ਕੀ ਸੋਚੇ ਹੋ? ਡੈਫੀਨੇਟਲੀ ਕੰਸਲਟੈਂਟ ਜਿਹਨੂੰ ਵੀ ਉਹ ਚੂਜ਼ ਕਰਦਾ ਹੈ, ਉਹਦਾ ਪ੍ਰੋਫਾਈਲ ਜ਼ਰੂਰ ਦੇਖੇ। ਫੇਸਬੁੱਕ ਇੰਸਟਾ ਨੋ ਡਾਊਟ ਐਡਵਰਟਾਈਜ਼ਮੈਂਟ ਦੇ ਇੱਕ ਮੋਡ ਨੇ, ਬੱਚਿਆਂ ਦੇ ਰਿਵਿਊਜ਼ ਪਾਏ ਜਾਂਦੇ ਨੇ, ਉਹਨਾਂ ਨੂੰ ਸੁਣਿਆ ਜਾਵੇ ਔਰ ਇੱਕ ਕੁਐਸਚਨੇਅਰ ਬੱਚਾ ਜ਼ਰੂਰ ਬਣਾ ਕੇ ਲਿਆਵੇ, ਆਪਣੇ ਦਿਮਾਗ 'ਚ ਕੁਐਸਚਨਸ ਲੈ ਕੇ ਆਵੇ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹੰਗਰੀ ਬਣੋ, ਚੀਜ਼ਾਂ ਨੂੰ ਪੁੱਛੋ, ਭੁੱਖ ਹੋਣੀ ਚਾਹੀਦੀ ਹੈ ਕਿ ਮੈਂ ਕੰਟਰੀ ਜਾਣਾ, ਮੈਨੂੰ ਉਸ ਕੰਟਰੀ ਦੇ ਬਾਰੇ ਸਭ ਕੁਝ ਦੱਸੋ। ਜੇ ਤੁਸੀਂ ਕਾਲਜ ਚੂਜ਼ ਕਰ ਰਹੇ ਹੋ ਤਾਂ ਇਹ ਕਾਲਜ ਕਿਉਂ ਚੂਜ਼ ਕਰਨਾ, ਇਹਦਾ ਫਾਇਦਾ ਕੀ ਹੋਏਗਾ, ਨੁਕਸਾਨ ਕੀ ਹੋਏਗਾ? ਬਿਲਕੁਲ। ਔਰ ਕੋਰਸ ਜਿਹੜਾ ਮੈਂ ਕਰ ਰਹੀ ਹਾਂ ਉਹਦੇ ਫਿਊਚਰ ਪ੍ਰੋਸਪੈਕਟਸ ਕੀ ਨੇ, ਕੱਲ ਨੂੰ ਮੈਨੂੰ ਕਿਸ ਤਰ੍ਹਾਂ ਦਾ ਕੰਮ ਮਿਲੇਗਾ। ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਹਾਂ ਕੁਐਸਚਨੇਅਰ ਲੈ ਕੇ ਆਓ। ਜੇ ਮੈਂ ਤੁਹਾਡੇ ਕੁਐਸਚਨੇਅਰ ਦਾ ਪ੍ਰੋਪਰ ਆਨਸਰ ਕਰੈਕ ਨਹੀਂ ਕਰ ਸਕਦੀ, ਬਿਲਕੁਲ ਨਾ ਮੇਰੇ ਕੋਲ ਫਾਈਲ ਲਗਵਾਓ। ਪਰ ਤੁਹਾਨੂੰ ਲੱਗਦਾ ਨਹੀਂ ਕਿ ਸਟੂਡੈਂਟ ਹੁਣ ਟੋਰਾਂਟੋ ਬਰੈਂਪਟਨ ਜ਼ਿਆਦਾ ਉੱਧਰ ਜਾ ਰਹੇ ਨੇ? ਡੈਫੀਨੇਟਲੀ ਕੀ ਹੈਗਾ ਉਹਦੇ? ਨਹੀਂ, ਬੱਚਿਆਂ ਨੂੰ ਹਰ ਪ੍ਰੋਵਿੰਸ ਦੇ ਆਪਣੇ ਬੈਨੀਫਿਟਸ ਨੇ। ਸਿਰਫ ਟੋਰਾਂਟੋ ਨੂੰ ਕਨਸੈਂਟਰੇਟ ਨਹੀਂ ਕਰਨਾ ਚਾਹੀਦਾ ਕਿ ਟੋਰਾਂਟੋ, ਬਰੈਂਪਟਨ ਜਾਂ ਮੈਂ ਉੱਥੇ ਹੀ ਜਾਣਾ, ਮਿਸੀਸਾਗਾ ਹੀ ਜਾਣਾ। ਓਨਟਾਰੀਓ ਇੱਕ ਪ੍ਰੋਵਿੰਸ ਹੈ, ਉਹਦੇ ਛੋਟੇ ਛੋਟੇ ਸ਼ਹਿਰ ਨੇ, ਉਸ ਸ਼ਹਿਰਾਂ ਦੇ ਵਿੱਚ ਵੀ ਵਰਕ ਓਪਰਚੁਨਿਟੀਜ਼ ਵੀ ਨੇ। ਡੈਫੀਨੇਟਲੀ ਪੀਆਰ ਵੀ ਜ਼ਰੂਰੀ ਹੈ। ਪਰ ਪਤਾ ਲੱਗਦਾ ਕਿ ਵਿਨੀਪੈਗ ਉਹਨਾਂ ਵਰਕ ਨਹੀਂ ਮਿਲਦਾ ਜਿੰਨਾ ਬਰੈਂਪਟਨ ਜਾਂ ਟੋਰਾਂਟੋ ਮਿਲਦਾ ਹੈਗਾ। ਪਰ ਬੱਚੇ ਕਈ ਗਏ ਨੇ, ਉਹਨਾਂ ਨੂੰ ਬਹੁਤ ਜਲਦੀ ਸੈਟਲਡ ਹੋਏ ਨੇ। ਜਿਹੜਾ ਮਤਲਬ ਬਰਫ਼ ਬਹੁਤ ਪੈਂਦੀ ਹੈ ਜਾਂ ਉੱਥੇ ਦਾ এনवायरमेंट ਜਿਹੜਾ ਹੈ ਉਹ ਬੱਚਾ ਇਨਕਲੈਮੇਟਾਈਜ਼ ਹੋ ਜਾਂਦਾ। ਉਵੇਂ ਤਾਂ ਟੋਰਾਂਟੋ ਵੀ ਬਹੁਤ ਬਰਫ਼ ਪੈਂਦੀ ਹੈ। ਸੋ ਇਦਾਂ ਦਾ ਬੱਚਾ ਦੇਖੋ, ਇੱਕ ਬੱਚਾ ਜਿਹੜਾ 18 ਜਾਂ 20 ਸਾਲ ਦਾ ਬੱਚਾ ਜਾ ਰਿਹਾ ਹੈ ਨਾ, ਉਹ ਉੱਥੇ ਹੀ ਸਮਝੋ ਵੱਡਾ ਹੋ ਰਿਹਾ ਤੇ ਉੱਥੇ ਹੀ ਉਦੋਂ ਦੇ এনवायरमेंट ਨਾਲ ਇਨਕਲੈਮੇਟਾਈਜ਼ ਹੋ ਰਿਹਾ, ਵਰਕ ਮਿਲਦਾ। ਇਹ ਜ਼ਰੂਰੀ ਹੈ ਕਿ ਆਪਣੇ ਜਿਹੜਾ ਕਜ਼ਨ ਬ੍ਰਦਰ ਜਾਂ ਕੋਈ ਪਹਿਲਾਂ ਗਿਆ ਹੋਇਆ ਜਾਂ ਦੋਸਤ ਉਹਦੇ ਕੋਲੇ ਜਾਣਾ ਜਾਂ ਅਲੱਗ ਵੀ ਜਾ ਸਕਦਾ? ਬੱਚੇ ਹਮੇਸ਼ਾ ਇਸੇ ਕਰਕੇ ਹੀ ਟੋਰਾਂਟੋ, ਬਰੈਂਪਟਨ ਜਾਂ ਐਸੇ ਪ੍ਰੋਵਿੰਸ ਸਿਟੀਜ਼ ਦੇ ਵਿੱਚ ਜਾਣਾ ਪ੍ਰੈਫਰ ਕਰਦੇ ਨੇ, ਕਿਉਂਕਿ ਉਹਨਾਂ ਦਾ ਪਹਿਲਾਂ ਹੀ ਹੁੰਦਾ ਵੀ ਮੇਰਾ ਫਲਾਣਾ ਗਿਆ, ਮੇਰਾ ਟਿਮਕਾਣਾ ਗਿਆ। ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਹਾਂ ਕਿ ਤੁਸੀਂ ਆਪਣੇ ਕੋਰਸ ਦੇਖੋ, ਤੁਹਾਨੂੰ ਅੱਛਾ ਕਿੱਥੇ ਮਿਲ ਰਿਹਾ, ਕਾਲਜ ਦੇਖੋ। ਉਹ ਤੁਸੀਂ ਪ੍ਰਾਈਵੇਟ ਟੋਰਾਂਟੋ ਦੇ ਵਿੱਚ ਪ੍ਰਾਈਵੇਟ ਕਾਲਜ 'ਚ ਪੜ੍ਹਨ ਨੂੰ ਤਿਆਰ ਨੇ, ਬਟ ਅੱਛੇ ਕਾਲਜ ਜੋ ਆਊਟਰ 'ਚ ਨੇ, ਅੱਛੇ ਕਾਲਜਿਸ ਨੇ, ਉੱਥੇ ਪੜ੍ਹਨ ਨੂੰ ਤਿਆਰ ਨਹੀਂ, ਜਿੱਥੇ ਵਰਕ ਓਪਰਚੁਨਿਟੀਜ਼ ਨੇ, ਪਲੇਸਮੈਂਟ ਹੁੰਦੀਆਂ ਅੱਛੇ ਕਾਲਜਿਸ 'ਚ ਪੜ੍ਹਨ ਦੇ ਨਾਲ। ਸਕਾਲਰਸ਼ਿਪ ਦਾ ਹੈ ਕੁਝ, ਕਈ ਸਟੂਡੈਂਟਸ ਨੂੰ ਮਿਲਦਾ? ਡੈਫੀਨੇਟਲੀ ਸਕਾਲਰਸ਼ਿਪ ਮਿਲਦਾ। ਹੁਣ ਮੇਰਾ ਇੱਕ ਸਟੂਡੈਂਟ ਗਿਆ ਸੀ ਬੀਕਾਮ ਕਰਨ, ਯੂਨੀਵਰਸਿਟੀ 'ਚ ਐਡਮਿਸ਼ਨ ਲਿੱਤੀ ਹੈ, ਉਹਦੇ 8.5 ਬੈਂਡ ਸੀ, ਉਹ ਵੀ ਆਇਲਸ ਵੀ ਉਹਨੇ ਮੇਰੇ ਕੋਲੋਂ ਹੀ ਕੀਤੀ ਸੀ। ਉਹਨੂੰ $20,000 ਕੈਨੇਡੀਅਨ ਡਾਲਰ ਦਾ ਸਕਾਲਰਸ਼ਿਪ ਮਿਲਿਆ। ਇਹ ਮੈਂ ਪੁੱਛਣਾ ਚਾਹੁੰਦਾ ਥੋੜਾ ਸਕਾਲਰਸ਼ਿਪ ਤੇ, ਕਈ ਵਾਰ ਬਹੁਤ ਜਿਹੜੇ ਬ੍ਰਿਲੀਅੰਟ ਸਟੂਡੈਂਟਸ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਸਕਾਲਰਸ਼ਿਪ ਮਿਲ ਸਕਦਾ, ਕੀ ਫਿਰ ਜਿਹੜੇ 8 ਟ੍ਰਿਪਲ ਬੈਂਡ ਇੱਥੋਂ ਲੈਣੇ ਪੈਣ ਜਾਂ ਉੱਥੇ ਜਾ ਕੇ ਕੋਈ ਸਟੱਡੀ ਦੇ ਵਿੱਚ ਜ਼ਿਆਦਾ ਵਧੀਆ ਕੀਤਾ ਜਾਵੇ ਤਾਂ ਫਿਰ ਮਿਲਦਾ, ਕਿਸ ਤਰ੍ਹਾਂ ਹੈ? ਡੈਫੀਨੇਟਲੀ ਜੇ ਬੱਚੇ ਦੇ ਇੱਥੇ ਵੀ ਬੈਂਡਸ ਨੇ, ਨਾਟ ਐਵਰੀ ਕਾਲਜ, ਬਹੁਤ ਸਾਰੇ ਕਾਲਜ, ਯੂਨੀਵਰਸਿਟੀਜ਼ ਬੱਚਿਆਂ ਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਦੀਆਂ ਨੇ। ਔਰ ਉੱਥੇ ਜਾ ਕੇ ਵੀ ਜੇ ਬੱਚੇ ਦਾ ਪ੍ਰੋਫਾਈਲ ਬਹੁਤ ਅੱਛਾ ਹੈ, ਉੱਥੇ ਫਸਟ ਸਮੈਸਟਰ, ਸੈਕਿੰਡ ਸਮੈਸਟਰ 'ਚ ਅੱਛਾ ਪਰਫਾਰਮ ਕਰਦਾ, ਤਾਂ ਉਹਨੂੰ ਉੱਥੋਂ ਦੀ ਪੜ੍ਹਾਈ ਦੇ ਅਕੋਰਡਿੰਗਲੀ ਵੀ ਸਕਾਲਰਸ਼ਿਪ ਮਿਲਦਾ। ਬਹੁਤ ਸਾਰੇ ਸਟੂਡੈਂਟ ਨੇ ਹੁਣ ਤਾਂ +2 ਤੋਂ ਬਾਅਦ ਜ਼ਿਆਦਾ ਜਾਂਦੇ ਨੇ, ਪਰ ਕਈ ਵਾਰ ਡਿਗਰੀ ਇੱਧਰ ਕਰ ਲੈਂਦੇ ਨੇ, ਮਾਸਟਰ 'ਚ ਜਾਣਾ ਚਾਹੁੰਦੇ ਨੇ, ਫਿਰ ਉਹਨਾਂ ਬਾਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਡੈਫੀਨੇਟਲੀ ਹੁਣ ਜੋ ਮਾਸਟਰ ਲਈ ਜਾ ਰਿਹਾ, ਮੈਂ ਮਾਸਟਰ ਵਾਲੇ ਬੱਚਿਆਂ ਲਈ ਤੇ ਪਾਰਟਿਕੂਲਰਲੀ ਇਹ ਗੱਲ ਕਰਨੀ ਚਾਹਾਂਗੀ ਕਿ ਜੋ ਪੋਸਟ ਗ੍ਰੈਡ ਪ੍ਰੋਗਰਾਮ ਲਈ ਜਾ ਰਿਹਾ, ਉਹ ਤਾਂ ਬੇਸਿਕਲੀ ਕਨਸੈਂਟਰੇਟ ਕਰਨ ਆਪਣੇ ਕੋਰਸ ਰੈਲੇਵੈਂਸੀ ਲਈ। ਉਹਨਾਂ ਲਈ ਵਰਕ ਓਪਰਚੁਨਿਟੀਜ਼ ਜ਼ਿਆਦਾ ਨੇ। ਡੈਫੀਨੇਟਲੀ ਇੱਕ ਬੈਚਲਰ ਕੀਤੀ ਹੈ, ਹੁਣ ਬੈਚਲਰ 5 ਈਅਰ ਇੱਕ ਸਟੱਡੀ ਪਾਰਟਿਕੂਲਰਲੀ ਕੀਤੀ ਹੈ, ਹੁਣ ਫਰਦਰ ਜੋ ਵੀ ਤੁਸੀਂ ਕਰਨ ਜਾਣਾ ਹੈ, ਤੁਹਾਡਾ ਕੋਰਸ ਰੈਲੇਵੈਂਟ ਹੋਣਾ ਚਾਹੀਦਾ। ਕਿਉਂਕਿ ਮੈਂ ਸਕਸੈਸ ਰੇਟ ਹੈ ਮਾਸਟਰ? ਬਿਲਕੁਲ ਡੈਫੀਨੇਟਲੀ ਸਕਸੈਸ ਰੇਟ ਹੈ। ਔਰ ਸਕਸੈਸ ਰੇਟ ਤਾਂ ਹੈ ਕਿ ਬੱਚੇ ਨੂੰ ਜੈਨੂਅਨਲੀ ਪ੍ਰੈਜ਼ੈਂਟ ਕੀਤਾ ਜਾਏ ਕਿ ਉਹ ਪੋਸਟ ਗ੍ਰੈਡ ਲਈ ਕਿਉਂ ਚੱਲਾ ਹੈ ਔਰ ਉਹ ਪੋਸਟ ਗ੍ਰੈਡ ਪ੍ਰੋਗਰਾਮ ਕਿਉਂ ਉਹਨੂੰ ਸੂਟ ਕਰ ਰਿਹਾ। ਕਿਉਂਕਿ ਬਹੁਤ ਵਾਰ ਜਿਹੜੀ ਅੰਬੈਸੀ ਹੈ ਸ਼ਾਇਦ ਇਸ ਤਰ੍ਹਾਂ ਵੀ ਸੋਚ ਸਕਦੀ ਹੈ ਕਿ +2 ਵਾਲਾ ਬੱਚਾ ਸਮਝ ਆਉਂਦਾ ਕਿ ਸਟੱਡੀ ਕਰਨ ਚਲੇ ਗਿਆ, ਜਿਹਨੇ ਇੱਧਰ ਬੈਚਲਰ ਡਿਗਰੀ ਕਰ ਲਈ ਹੈ ਪਹਿਲਾਂ, ਉਹ ਹੋਰ ਹਾਇਰ ਸਟੱਡੀ ਦੇ ਲਈ ਉੱਧਰ ਕਿਉਂ ਆਉਣਾ ਚਾਹੁੰਦਾ? ਇੱਕ ਕੁਐਸਚਨ ਹੈ। ਡੈਫੀਨੇਟਲੀ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਚਾਹੁੰਦਾ, ਕਿਉਂਕਿ ਗ੍ਰੈਜੂਏਟ ਬੱਚੇ ਨੂੰ ਓਨੀਆਂ ਵਰਕ ਓਪਰਚੁਨਿਟੀਜ਼ ਨਹੀਂ ਨੇ, ਆਈਦਰ ਇਨ ਇੰਡੀਆ ਵੀ ਨਹੀਂ ਨੇ। ਮਾਸਟਰਸ ਬਹੁਤ ਜ਼ਰੂਰੀ ਹੁੰਦੀ ਹੈ ਬੱਚੇ ਲਈ ਔਰ ਕਰਨੀ ਚਾਹੀਦੀ ਹੈ। ਉਹਦੇ ਨਾਲ ਇੱਕ ਬੱਚੇ ਨੂੰ ਇੱਕ ਲਰਨਿੰਗ ਜੋ ਪ੍ਰੈਕਟੀਕਲ ਔਰ ਥਿਓਰੈਟੀਕਲ ਬੋਥ ਲਰਨਿੰਗ ਦਾ ਫਾਇਦਾ ਮਿਲਦਾ ਔਰ ਉਸ ਲਰਨਿੰਗ ਦੇ ਨਾਲ ਡੈਫੀਨੇਟਲੀ ਉਹਨੂੰ ਨੈਸ਼ਨਲ ਇੰਟਰਨੈਸ਼ਨਲ ਵਰਕ ਓਪਰਚੁਨਿਟੀਜ਼ ਜ਼ਿਆਦਾ। ਵੈਸੇ ਤੁਹਾਡੀ ਸੁਜੈਸ਼ਨ ਕੀ ਹੈ ਕਿ ਬੱਚੇ ਨੂੰ +2 ਤੋਂ ਬਾਅਦ ਜਾਣਾ ਚਾਹੀਦਾ ਹੈ ਜਿੱਦਾਂ ਅਬਰੋਡ ਜਾ ਰਹੇ ਨੇ, ਜਾਂ ਫਿਰ ਡਿਗਰੀ ਤੋਂ ਬਾਅਦ? ਇਹ ਬੱਚੇ ਦੀ ਡਿਸਕ੍ਰਿਸ਼ਨ ਹੈ। ਅਗਰ ਬੱਚਾ ਇੱਥੇ ਅੱਛੀ ਤਰ੍ਹਾਂ ਸਟੱਡੀ ਕਰ ਰਿਹਾ ਤਾਂ ਡੈਫੀਨੇਟਲੀ ਗ੍ਰੈਜੂਏਸ਼ਨ ਤੋਂ ਬਾਅਦ ਜਾਏ। 12th ਤੋਂ ਬਾਅਦ ਇਹ ਹੈਗਾ ਕਿ ਬੱਚਾ ਇੱਕ PR ਜਲਦੀ ਹੋ ਜਾਂਦੀ ਹੈ। ਜਿੱਦਾਂ ਹੁਣ 22-23 ਸਾਲ ਬੱਚਾ ਇੱਥੇ ਹੀ 22-23 ਸਾਲ ਦਾ ਬੱਚਾ ਇੱਥੇ ਗ੍ਰੈਜੂਏਟ ਕਰੇਗਾ, ਫਿਰ ਪੋਸਟ ਗ੍ਰੈਡ ਕਰੇਗਾ, ਉਹ ਟਾਈਮ ਲੱਗਦਾ। ਤੇ ਇਹੀ ਬੱਚਾ ਜੇ 18 ਸਾਲ ਦਾ 12th ਤੋਂ ਬਾਅਦ ਗਿਆ ਤਾਂ ਡੈਫੀਨੇਟਲੀ ਉਹ 3-4 ਟਾਈਮ ਤੱਕ ਉਹਦੀ ਪਰਮਾਨੈਂਟ ਰੈਜ਼ੀਡੈਂਸੀ ਹੋ ਜਾਂਦੀ ਹੈ, ਇੱਕ ਲਾਈਫ ਸੈਟਲਮੈਂਟ ਹੋ ਜਾਂਦੀ ਹੈ। ਸੋ ਇਹੀ ਇੱਕ ਟਾਈਮ ਉਹਦੀ ਮਰਜ਼ੀ ਹੈ ਕਿ ਉਹਨੂੰ ਇੱਥੇ ਸਪੈਂਡ ਕਰਕੇ ਉੱਥੇ ਜਾ ਕੇ। ਅੱਛਾ, ਬਹੁਤ ਸਾਰੇ ਜਿਹੜੇ ਸਟੂਡੈਂਟ ਜਾਂਦੇ ਨੇ, ਜਿਹੜੇ ਕਈ ਤਾਂ ਉਹ ਸਟੱਡੀ ਵੀ ਅੱਛੀ ਕਰਦੇ ਨੇ, ਆਪਣਾ ਜਿਹੜਾ ਫੀਸ ਆ ਅਗਲੀ ਉਹ ਵੀ ਕੱਢ ਲੈਂਦੇ ਨੇ, ਆਪਣੇ ਕਈ ਵਾਰ ਮਾਪਿਆਂ ਨੂੰ ਵੀ ਥੋੜ੍ਹੀ ਬਹੁਤੀ ਮਦਦ ਇੱਧਰ
ਭੇਜ ਦਿੰਦੇ ਨੇ। ਪਰ ਡੈਫੀਨਿਟਲੀ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਗੱਡੀਆਂ ਲੈ ਲਈਆਂ, ਵੱਡੀਆਂ ਵੱਡੀਆਂ ਰੇਂਜ ਰੋਵਰਸ ਜਾਂ ਹੋਰ ਲੈ ਲਈਆਂ, ਉਹ ਉਨਾ ਧਿਆਨ ਪੜ੍ਹਾਈ ਵੱਲ ਵੀ ਨਹੀਂ ਦੇ ਸਕੇ, ਫਿਰ ਉਹਨੂੰ PR ਵੀ ਲੇਟ ਹੋਊਗੀ। ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਕੇਸਿਸ ਬਿਲਕੁਲ ਹੁੰਦੇ ਨੇ। ਡੈਫੀਨਿਟਲੀ ਮੈਂ ਪਹਿਲਾਂ ਹੀ ਇਹ ਗੱਲ ਕਹੀ ਕਿ ਇਹ ਬੱਚਿਆਂ ਨੂੰ ਸੁਜੈਸਟ ਜਦੋਂ ਵੀ ਅਸੀਂ ਕੰਸਲਟੈਂਸੀ ਦਿੰਦੇ ਹਾਂ, ਅਸੀਂ ਬੱਚਿਆਂ ਨੂੰ ਜ਼ਰੂਰ ਕਹੀਦਾ ਕਿ ਆਪਣੇ ਫਿਊਚਰ ਨੂੰ ਪਹਿਲਾਂ ਕਨਸੈਂਟਰੇਟ ਕਰੋ। ਵਨਸ ਯੂ ਗੈਟ ਯੂਰ PR, ਤੁਸੀਂ ਅੱਛੀ ਅਰਨਿੰਗ ਕਰ ਸਕਦੇ ਹੋ, ਕਿਉਂਕਿ ਇਹ ਕੰਟਰੀਜ਼ ਅੱਛੀ ਅਰਨਿੰਗਸ ਕਮਿਟ ਕਰਦੀਆਂ ਨੇ। ਤੇ ਬੰਦਾ ਐਸ਼ ਕਰੇ, ਜ਼ਰੂਰ ਕਰੇ, ਇੰਜੋਏ ਕਰੇ ਆਪਣੀ ਲਾਈਫ ਨੂੰ, ਪਰ ਫਸਟ ਕਨਸੈਂਟਰੇਟ ਕਰੇ ਆਪਣੀ ਸਟੱਡੀਜ਼ ਨੂੰ। ਇਹ ਮਾਪਿਆਂ ਨੂੰ ਵੀ ਕਹਿਣਾ ਚਾਹੀਦਾ ਆਪਣੇ ਬੱਚੇ ਹਾਂ ਡੈਫੀਨੇਟਲੀ, ਕਿਉਂਕਿ ਤਾਂ ਹੀ ਕਿਉਂਕਿ ਪੇਰੈਂਟਸ ਬਹੁਤ ਮੁਸ਼ਕਿਲ ਦੇ ਨਾਲ ਆਪਣੇ ਬੱਚਿਆਂ ਨੂੰ ਭੇਜਦੇ ਨੇ, ਬਹੁਤ ਮੁਸ਼ਕਿਲ ਨਾਲ। ਇੱਕ 15-16 ਲੱਖ ਰੁਪਇਆ ਵਨ ਟਾਈਮ ਬੱਚੇ ਲਈ ਖਰਚਣਾ, ਇਟਸ ਨਾਟ ਐਨ ਈਜ਼ੀ ਗੇਮ। ਹਰ ਪੇਰੈਂਟਸ ਨੂੰ ਐਫਰਟਸ ਕਰਨੇ ਪੈਂਦੇ ਨੇ, ਤੇ ਬੱਚੇ ਨੂੰ ਇਹ ਗੱਲ ਸਮਝਣੀ ਚਾਹੀਦੀ। ਉਹ ਬਹੁਤ ਸਾਰੇ ਬੱਚੇ ਸਮਝਦੇ ਨੇ, ਰਾਦਰ ਜ਼ਿਆਦਾ ਜਾ ਕੇ ਉੱਥੇ ਕਮਿਟਡ ਹੋ ਜਾਂਦੇ ਨੇ ਟੂਵਰਡਸ ਫੈਮਿਲੀ, ਟੂਵਰਡਸ ਵਰਕ, ਟੂਵਰਡਸ ਸਟੱਡੀਜ਼। ਸੋ ਇੱਦਾਂ ਦਾ ਮੇਰਾ ਤਾਂ ਐਕਸਪੀਰੀਅੰਸ ਇੱਦਾਂ ਦਾ ਹੈ। ਚਲੋ ਜਾਂਦੇ ਜਾਂਦੇ ਆਪਣੇ ਜਿਹੜੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਜਾਂਦੇ ਜਾਂਦੇ ਇਹ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਇੱਕ ਵਾਰੀ ਤੁਸੀਂ ਜ਼ਰੂਰ ਮੇਰੇ ਕੋਲ ਜੇ ਆਉਂਦੇ ਹੋ, ਆਪਣਾ ਕੁਐਸਚਨੇਅਰ ਬਣਾ ਕੇ ਲੈ ਕੇ ਆਓ। ਔਰ 5 ਜੁਲਾਈ ਨੂੰ ਅਸੀਂ ਜਲੰਧਰ ਦੇ ਵਿੱਚ ਮੈਗਾ ਸੈਮੀਨਾਰ ਕਰ ਰਹੇ ਹਾਂ। ਉੱਥੇ UK, USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਉੱਥੇ ਰਿਪਰੈਜ਼ੈਂਟੇਟਿਵ ਡਿਫਰੈਂਟ ਕੰਟਰੀਜ਼ ਦੇ ਆ ਰਹੇ ਨੇ ਬੱਚੇ, ਉਹਨਾਂ ਨੂੰ ਜਾ ਕੇ ਮਿਲਣ। ਉਹਦੇ ਨਾਲ ਬੱਚੇ ਦਾ ਹੋਰਾਈਜ਼ਨ ਜਿਹੜਾ ਐਕਸਪੋਜ਼ਰ ਜ਼ਿਆਦਾ ਵਾਈਡ ਹੁੰਦਾ ਹੈ, ਵਿਜ਼ਨ ਕਲੀਅਰ ਹੋ ਜਾਂਦਾ। ਡੈਫੀਨੇਟਲੀ ਇੱਕ ਕੰਸਲਟੈਂਟ ਜੇ ਉਹਨਾਂ ਨੂੰ ਥੋੜ੍ਹੀ ਨੌਲੇਜ ਦੇ ਰਿਹਾ ਤੇ ਇੱਕ ਡਾਇਰੈਕਟ ਰਿਪਰੈਜ਼ੈਂਟੇਟਿਵ ਉਸ ਕਾਲਜ ਦੇ ਬੈਨੀਫਿਟਸ ਜ਼ਿਆਦਾ ਬੈਟਰ ਦੱਸ ਸਕਦਾ ਹੈ, ਤੇ ਵਰਕ ਓਪਰਚੁਨਿਟੀਜ਼ ਉਸ ਪਰਟੀਕੂਲਰ ਪ੍ਰੋਵਿੰਸ ਜਾਂ ਉਸ ਪਰਟੀਕੂਲਰ ਕੰਟਰੀ ਦੇ ਵਿੱਚ ਕੀ ਨੇ, ਉਹ ਜ਼ਿਆਦਾ ਬੈਟਰ ਦੱਸ ਸਕਦਾ। ਕਾਲਜਸ ਦੇ ਵੀ ਗ੍ਰੇਡ ਹੁੰਦੇ ਕੈਨੇਡਾ ਦੇ ਵਿੱਚ ਜਾਂ ਬਾਕੀ ਕੰਟਰੀਜ਼ ਦੇ ਵਿੱਚ, ਕਿ ਗ੍ਰੇਡ A ਕਾਲਜ ਹੈਗਾ ਹੈ, ਉੱਥੇ ਸਟੱਡੀ ਜਾਂ ਸਟੂਡੈਂਟ ਨੂੰ ਜਾਣਾ ਚਾਹੀਦਾ ਹੈਗਾ? ਡੈਫੀਨੇਟਲੀ ਗ੍ਰੇਡਿੰਗ ਇਸ ਤਰ੍ਹਾਂ ਨਹੀਂ ਹੈ। ਅੱਛੇ ਕਾਲਜਿਸ ਵੀ ਨੇ, ਅੱਛੇ ਕਾਲਜਿਸ ਸਾਰੇ ਹੀ ਨੇ, ਕਿਉਂਕਿ ਫੈਕਲਟੀਜ਼ ਬਹੁਤ ਅੱਛੀਆਂ ਨੇ। ਪਬਲਿਕ ਕਾਲਜਿਸ ਮੈਂ ਹਮੇਸ਼ਾ ਫੋਕਸ ਕਰਦੀ ਹਾਂ ਕਿ ਪਬਲਿਕ ਕਾਲਜਿਸ 'ਚ ਡੈਫੀਨੇਟਲੀ ਬੱਚਿਆਂ ਨੂੰ ਵਰਕ ਐਕਸਪੀਰੀਅੰਸ ਜ਼ਿਆਦਾ ਮਿਲਦਾ ਹੈ, ਐਕਸਪੋਜ਼ਰ ਜ਼ਿਆਦਾ ਮਿਲਦਾ ਹੈ, ਲੈਬਸ ਅੱਛੀਆਂ ਨੇ। ਸੋ ਛੋਟੀਆਂ ਛੋਟੀਆਂ ਚੀਜ਼ਾਂ ਜੋ ਬੱਚੇ ਦੇ ਦਿਮਾਗ 'ਚ ਨੇ ਕਿ ਮੈਂ ਇੱਥੇ ਪੜ੍ਹਾਂਗਾ, ਕੀ ਹੁੰਦਾ, ਮੈਨੂੰ ਪ੍ਰੈਕਟੀਕੈਲਿਟੀਜ਼ ਹੈ, ਪ੍ਰੈਕਟੀਕਲ ਵਰਕ ਮਿਲੇਗਾ, ਪਲੇਸਮੈਂਟ ਕੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਬੱਚੇ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਜਦੋਂ ਇਹ ਕਿਸੇ ਕੰਟਰੀ 'ਚ ਜਾ ਰਿਹਾ। ਚਲੋ ਬਹੁਤ ਧੰਨਵਾਦ ਡਾਕਟਰ ਕੋਮਲ ਰੈਲੀ ਜੀ ਗੱਲਬਾਤ ਕਰਨ ਦੇ ਲਈ। ਤਾਂ ਡਾਕਟਰ ਕੋਮਲ ਰੈਲੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ, ਸਟੱਡੀ ਪਲੱਸ ਤੋਂ MD ਨੇ। ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਕਿ ਸਟੂਡੈਂਟ ਜਿਹੜੇ ਨੇ ਉਹ ਵੀਜ਼ਾ ਕਿਵੇਂ ਲੈਣ, ਕਿਹੜੀ ਕੰਟਰੀਜ਼ ਜਾਣ, ਕਿਹੜਾ ਕੋਰਸ ਚੂਜ਼ ਕਰਨ। ਬਹੁਤ ਸਾਰੇ ਕੰਟਰੀਜ਼ ਨੇ। ਹੁਣ 5 ਜੁਲਾਈ ਨੂੰ ਇਹਨਾਂ ਦੇ ਵੱਲੋਂ ਇੱਕ ਸੈਮੀਨਾਰ ਲਾਇਆ ਜਾ ਰਿਹਾ ਹੈ, ਜਿਹੜੇ ਕਾਲਜ ਦੇ ਰਿਪਰੈਜ਼ੈਂਟੇਟਿਵਸ ਜਿਹੜੇ ਉੱਥੇ ਪਹੁੰਚ ਰਹੇ ਨੇ। ਤੁਸੀਂ ਵੀ ਇਹਨਾਂ ਦੇ 5 ਜੁਲਾਈ ਦਾ ਸੈਮੀਨਾਰ ਜਿਹੜਾ ਹੈ ਉਹਨੂੰ ਅਟੈਂਡ ਕਰ ਸਕਦੇ ਹੋ। ਜਿਹੜੇ ਨੰਬਰ ਡਿਸਪਲੇ ਹੋ ਰਹੇ ਨੇ, ਕਾਲ ਕਰ ਸਕਦੇ ਹੋ ਤੁਸੀਂ, ਅਪੁਆਇੰਟਮੈਂਟ ਲੈ ਕੇ ਗੱਲਬਾਤ ਕਰਕੇ ਇਹਨਾਂ ਨਾਲ ਕੁਐਰੀਜ਼ ਨੇ ਉਹਨਾਂ ਨੂੰ ਕਲੀਅਰ ਕਰ ਸਕਦੇ ਹੋ। ਤਾਂ ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਜੀ ਸਟੱਡੀ ਪਲੱਸ। ਤੇ ਇਸ ਵੇਲੇ ਸਾਨੂੰ ਦਿਓ ਇਜਾਜ਼ਤ। ਧੰਨਵਾਦ।